ਬਹਾਦਰ ਸਿਮਰਿਐ ਕਰਨੋ ਨਿਤ ਆਵੇ ਥਾਏ। ਸਭ ਥਾਏ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਇ ਜਿਸ ਡਿਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਕਰਨੋ ਨਿਤ ਆਵੇ ਥਾਏ। ਸਭ ਥਾਏ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹੋ ਨਿਹਚਲ ਚੌਰ ਛਤ। ਵੱਡੇ ਹੋ ਵੱਡਾ ਪਾਲ ਤੇਰਾ ਮਰਤਬਾ। ਰੰਗ ਬਰੰਗ ਅਨੇਕ ਜਪਨ ਕਰਤਬਾ। ਜੀਆਂ ਅੰਦਰ ਜੀਉ ਸਭ ਜਾਣ ਲਾ। ਸਭੀ ਤੇਰਾ ਵਸ ਤੇਰਾ ਕਰ ਭਲਾ। ਤੇਰੇ ਘਰ ਆਨੰਦ ਵਧਾਏ ਤੁਧ ਘਰ। ਮਾਰ ਮਹੱਤਾ ਦੇ ਜੇ ਆਪਣਾ ਆਪ ਜਾਣੇ। ਸਰਬ ਕਲਾ ਭਰਪੂਰ ਦਿਸੈ ਜਗ ਕਥਾ। ਨਾਨਕ ਦਾਸਨ ਦਾਤ ਆਗੇ ਬਿਨਵ। ਤੇਰਾ ਨਾਮ ਸਤ ਹੈ ਵਾਹਿਗੁਰੂ ਜੀ। ਪੌੜੀ ਵੱਡਿਓ ਵੱਡਾ ਪਾਰ ਤੇਰਾ ਮਰਤਬਾ। ਰੰਗ ਪ੍ਰੰਗ ਅਨੇਕ ਨ ਜਾਪਨ ਕਰਤਬਾ। ਜੀਆਂ ਅੰਦਰ ਜਿਉ ਸਭ ਕੀ ਜਾਣ ਲਾ। ਸਭ ਕੀ ਤੇਰੇ ਵਾਸਤੇ ਰਾ ਕਿਰਪਲਾ। ਤੇਰੇ ਕਰੇ ਆਨੰਦ ਵਧਾਈ ਤੁਧ ਕਰ। ਮਾਣ ਮਹੱਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ। ਨਾਨਕ ਦਾਸਨ ਦਾ ਤੁਧ ਆਗੇ ਬਿਨਵਤਾ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਾਏ ਦਾਇਆ। ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ। ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ। ਕੇ ਨੇੜੇ ਕੇ ਦੂਰ ਜਿਨੇ ਲਾਮਤ ਆਇਆ। ਗਏ ਮਸਕਤ ਹਾਰ ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ। ਗਏ ਮਸਕਤ ਖਾਲ ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਬੰਦਨ ਪਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਜੇ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਵਿਸ਼ਿਆਨ ਤੇ ਬੈਰਾਗ ਹੋਏ ਕਰ ਗੁਰ ਪਗ ਅਨੁਰਾਗ। ਲਿਵ ਲਗਾਏ ਜਾਗਤ ਰਹੋ ਸਿਮਰ ਨਾਮ ਵਡ ਭਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ ਹੈ। ਆਦ ਗੁਰੂ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ जुड़ बैठी गुरु की साजी और नवाजी हुई गुरु का खास रूप गुरु खालसा साध संगत वड्डियां भागां वाले हो निता प्रति गुरु चरनां च जुड़ के पहले पातशाह धन गुरु नानक देव साहब जी महाराज जी की जन्म साखी की चल रही लड़ीवार कथा
ਬਹੁਤ ਹੀ ਅਦਬ ਸਤਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਜੀ ਬਟਾਲੇ ਨਗਰ ਵਿਖੇ ਆਪਣੇ ਚਰਨ ਪਾਏ ਹਨ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਹੁਰਾ ਪਰਿਵਾਰ ਬਾਬਾ ਮੂਲ ਚੰਦ ਜੀ, ਮਾਤਾ ਚੰਦੋ ਰਾਣੀ ਜੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਆ ਕੇ ਬਹਿਸਦੇ ਹਨ, ਲੜਦੇ ਹਨ, ਪਰ ਗਰੀਬ ਨਵਾਜ ਪਾਤਸ਼ਾਹ ਜੀ ਕੋਈ ਜਵਾਬ ਨਹੀਂ ਦਿੰਦੇ। ਇਸੇ ਇਲਾਕੇ ਦਾ ਚੌਧਰੀ ਹੈ, ਚੌਧਰੀ ਅਜਿੱਤਾ ਰੰਧਾਵਾ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਸੇਵਕ ਬਣਿਆ। ਮਾਤਾ ਸੁਲੱਖਣੀ ਜੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਏ ਹਨ, ਬੇਨਤੀ ਕੀਤੀ ਸਾਈਂ ਆਪਣੇ ਮਾਂ-ਬਾਪ ਦੇ ਘਰ ਦੇ ਵਿੱਚ ਰਹਿੰਦਿਆਂ ਸਮਾਂ ਬਹੁਤ ਬੀਤਿਆ ਹੈ। ਜਦੋਂ ਤੱਕ ਬੇਬੇ ਨਾਨਕੀ ਜੀ ਸਨ ਮੈਨੂੰ ਕੋਈ ਫਿਕਰ ਨਹੀਂ ਸੀ। ਮਾਂ-ਬਾਪ ਦੇ ਬਹੁਤ ਸਾਰੇ ਤਾਨੇ ਮੈਨੂੰ ਸੁਣਨੇ ਪੈਂਦੇ ਹਨ। ਕਿਰਪਾ ਕਰੋ ਮੈਂ ਨਿਮਾਣੀ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ੋ, ਥਾਂ ਬਖਸ਼ੋ। ਗਰੀਬ ਨਵਾਜ ਜੀ ਕਹਿਣ ਲੱਗੇ, ਸੁਲੱਖਣੀ ਜੈਸੀ ਦੁੱਖ ਭੁੱਖ ਸਾਡੇ ਨਾਲ ਹੋਵੇਗੀ ਤਿਵੇਂ ਬਤੀਤ ਕਰਨੀ ਪਵੇਗੀ, ਜੇ ਪ੍ਰਵਾਨ ਹੈ ਤਾਂ ਰਹੋ। ਆਖਿਆ, ਪਾਤਸ਼ਾਹ ਮੈਂ ਤੁਹਾਡੇ ਕੋਲੋਂ ਕੋਈ ਗਹਿਣੇ ਆਭੂਸ਼ਣ ਜਾਂ ਵਸਤਰ ਨਹੀਂ ਮੰਗਦੀ, ਬਸ ਇਹ ਮੰਗਦੀ ਹਾਂ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ 'ਚ ਥਾਂ ਬਖਸ਼ੋ। ਇਹ ਕਹਿ ਕੇ ਮਾਤਾ ਜੀ ਦੋਨੋਂ ਸਾਹਿਬਜ਼ਾਦਿਆਂ ਨੂੰ ਨਾਲ ਲਿਆਏ ਤੇ ਗੁਰੂ ਚਰਨਾਂ 'ਚ ਆਣ ਬੈਠੇ ਹਨ। ਚੌਧਰੀ ਅਜਿੱਤਾ ਰੰਧਾਵਾ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰ ਰਿਹਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜਿਵੇਂ ਪਾਵਨ ਨਗਰ ਸ੍ਰੀ ਕਰਤਾਰਪੁਰ ਸਾਹਿਬ ਵਸਾ ਰਹੇ ਹਨ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗਰੀਬ ਨਵਾਜ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿਸ਼ਿਆਨ ਤੇ ਬੈਰਾਗ ਹੋਏ, ਕਰ ਗੁਰ ਪਾਗੇ ਅਨੁਰਾਗ। ਮਹਾਕਵੀ ਜੀ 30ਵਾਂ ਅਧਿਆਏ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਪ੍ਰਾਰੰਭ ਕਰ ਰਹੇ ਨੇ। ਇਸ ਕਰਕੇ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨ ਕਮਲਾਂ ਦਾ ਮੰਗਲਾ ਚਰਨ ਕਰਦੇ ਹਨ। ਕੀ ਕਹਿੰਦੇ ਹਨ? ਵਿਸ਼ਿਆਨ ਤੇ ਬੈਰਾਗ ਹਵੈ, ਵਿਸ਼ਿਆਨ ਤੇ ਬੈਰਾਗ ਹਵੈ, ਕਰ ਗੁਰ ਪਗ ਅਨੁਰਾਗ। ਹੇ ਮੇਰਿਆ ਮਨਾ, ਸੰਸਾਰ ਦੇ ਵਿਸ਼ਿਆਂ ਤੋਂ ਵੈਰਾਗੀ ਹੋ ਕੇ, ਨਿਰਚਾਹਵਾਨ ਹੋ ਕੇ ਤੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪ੍ਰੇਮ ਆਪਣੇ ਹਿਰਦੇ 'ਚ ਧਾਰਨ ਕਰ। ਹੇ ਮੇਰਿਆ ਮਨਾ, ਤੂੰ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੇਮ ਕਰ। ਲਿਵ ਲਗਾਏ ਜਾਗਤ ਰਹੋ, ਸਿਮਰ ਨਾਮ ਵਡ ਭਾਗ। ਜਿਹੜੇ ਆਪਣੀ ਲਿਵ ਲਾ ਕੇ ਵੱਡਿਆਂ ਭਾਗਾਂ ਵਾਲੇ ਪਰਮੇਸ਼ਰ ਦਾ ਨਾਮ ਸਿਮਰਦੇ ਹਨ, ਰਸਨਾ ਤੋਂ ਵਾਹਿਗੁਰੂ 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 ਦਾ ਜਾਪ ਜਪਦੇ ਹਨ, ਮਹਾਕਵੀ ਜੀ ਕਹਿੰਦੇ ਹੋਏ ਸੰਸਾਰ ਦੇ ਵਿੱਚ ਜਾਗ ਪੈਂਦੇ ਨੇ। ਅਸਲ ਵਿੱਚ ਉਹੀ ਜਾਗਦੇ ਰਹਿੰਦੇ ਨੇ ਜਿਹੜੇ ਲਿਵ ਲਾ ਕੇ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਹਨ। ਜੋ ਭਾਈ ਕਿਤਕ ਦਿਵਸ ਜਬ ਰਹਿਤ ਬਿਤਾਏ। ਇਸੇ ਤਰ੍ਹਾਂ ਜਦੋਂ ਕੁਝ ਦਿਨ ਸਤਿਗੁਰੂ ਜੀ ਨੇ ਬਟਾਲੇ ਨਗਰ ਵਿੱਚ ਰਹਿ ਕੇ ਬਤੀਤ ਕੀਤੇ ਹਨ, ਦਿਨ ਪ੍ਰਤ ਮਹਿਮਾ ਹੋਏ ਅਧਿਕਾਈ। ਦਿਨ ਪ੍ਰਤੀ ਦਿਨ ਸਤਿਗੁਰੂ ਜੀ ਦੀ ਮਹਿਮਾ ਸੰਸਾਰ ਵਿੱਚ ਵੱਧ ਰਹੀ ਹੈ। ਪਾਤਸ਼ਾਹ ਜੀ ਦੀ ਵਡਿਆਈ ਸਾਰੇ ਇਲਾਕੇ ਵਿੱਚ, ਬਟਾਲੇ ਦੇ ਨੇੜੇ ਤੇੜੇ ਨਗਰਾਂ ਦੇ ਵਿੱਚ ਉਜਾਗਰ ਹੋ ਰਹੀ ਹੈ। ਅਵਲੋਕਤ ਸਮਝਿਓ ਤਬ ਮੂਲਾ। ਇਧਰ ਬਾਬਾ ਮੂਲ ਚੰਦ ਸਾਹਿਬ ਜੀ ਨੇ ਜਦੋਂ ਗੁਰੂ ਸਾਹਿਬ ਦੀ ਵਡਿਆਈ ਹੁੰਦੀ ਵੇਖੀ, ਸਤਿਗੁਰਾਂ ਦੇ ਸਹੁਰਾ ਸਾਹਿਬ ਨੇ ਬਾਬਾ ਮੂਲ ਚੰਦ ਸਾਹਿਬ ਪਹਿਲਾਂ ਤਾਂ ਮਹਾਰਾਜ ਜੀ ਨਾਲ ਆ ਕੇ ਲੜਦੇ ਭਿੜਦੇ ਸਨ। ਜਦੋਂ ਦੇ ਮਾਤਾ ਜੀ ਚਲੇ ਗਏ ਨੇ ਸਤਿਗੁਰਾਂ ਦੇ ਪਾਸ, ਉਸ ਦਿਨ ਦੇ ਚੁੱਪ ਨੇ, ਸ਼ਾਂਤ ਨੇ। ਪਰ ਜਦੋਂ ਗੁਰੂ ਸਾਹਿਬ ਦੀ ਵਡਿਆਈ ਵੇਖੀ ਕਿ ਮਹਾਰਾਜ ਜੀ ਦਾ ਪ੍ਰਤਾਪ ਸਾਰੇ ਪਾਸੇ ਉਜਾਗਰ ਹੋ ਰਿਹਾ ਹੈ,
ਪਾ ਸ਼੍ਰੀ ਨਾਨਕ ਜਸ ਅਨੁਕੂਲਾ। ਬਾਬਾ ਮੂਲ ਚੰਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਜਸ ਦੇ ਅਨੁਕੂਲ ਹੋ ਗਏ। ਹੁਣ ਮਨ ਹੀ ਮਨ ਉਹ ਵੀ ਜਾਣਨ ਲੱਗ ਪਏ ਕਿ ਮੈਂ ਜਿਨ੍ਹਾਂ ਨੂੰ ਕੇਵਲ ਆਪਣਾ ਦਮਾਦ ਸਮਝਦਾ ਸੀ, ਉਹ ਤਾਂ ਵਾਕਈ ਨਿਰੰਕਾਰ ਅਕਾਲ ਪੁਰਖ ਦਾ ਨੂਰ ਹਨ। ਮਨ ਵਿੱਚ ਹੁਣ ਇਸ ਪ੍ਰਕਾਰ ਦੀ ਭਾਵਨਾ ਗੁਰੂ ਸਾਹਿਬ ਜੀ ਪ੍ਰਤੀ ਬਾਬਾ ਮੂਲ ਚੰਦ ਸਾਹਿਬ ਜੀ ਦੇ ਬਣਨ ਲੱਗੀ ਹੈ। ਆਇਓ ਅਪਰ ਤਜੀ ਸਭ ਗਿਣਤੀ। ਮਨ ਦੀਆਂ ਸਾਰੀਆਂ ਗਿਣਤੀਆਂ ਛੱਡ ਕੇ, ਮਨ ਦੇ ਸਾਰੇ ਫਿਕਰ, ਬਹੁਤ ਸਾਰੀਆਂ ਜਿਹੜੀਆਂ ਗਿਣਤੀਆਂ ਹੁੰਦੀਆਂ ਨੇ ਮਨ ਦੀਆਂ, ਉਹ ਸਭ ਤਿਆਗ ਕੇ ਬਾਬਾ ਮੂਲ ਚੰਦ ਸਾਹਿਬ ਇੱਕ ਦਿਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਸਿੱਖੀ ਭਾਵ ਧਾਰਨ ਕਰਕੇ ਜਗਿਆਸੂ ਬਣ ਕੇ ਆਏ। ਹੱਥ ਜੋੜ ਕੇ ਕੀਨੀ ਬੇਨਤੀ। ਹੱਥ ਜੋੜ ਕੇ ਬਾਬਾ ਮੂਲ ਚੰਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ। ਤੁਮ ਤੋ ਮਹਾਪੁਰਖ ਹੋ ਪੂਰੇ। ਆਖਿਆ, ਹੈ ਗਰੀਬ ਨਵਾਜ, ਮੈਂ ਤੁਹਾਨੂੰ ਕੇਵਲ ਦੁਨਿਆਵੀ ਰਿਸ਼ਤੇ ਦੀ ਅੱਖ ਨਾਲ ਤੱਕਦਾ ਸਾਂ, ਪਰ ਹੈ ਸਾਹਿਬ, ਤੁਸੀਂ ਤਾਂ ਗੁਣਾਂ ਦੀ ਖਾਨ ਹੋ। ਤੁਸੀਂ ਤਾਂ ਆਪ ਨਿਰੰਕਾਰ ਮਾਤ ਲੋਕ ਦੀ ਧਰਤੀ ਦੇ ਉੱਤੇ ਇਹ ਮਾਨਵੀ ਸਰੀਰ ਧਾਰਨ ਕਰਕੇ ਵਿਚਰ ਰਹੇ ਹੋ। ਹਮਨੇ ਚਲਤ ਲਖੇ ਜੋਰੂ ਰੇ। ਆਪ ਜੀ ਦੇ ਜਿਹੜੇ ਚਲਤ ਹਨ ਉਹ ਮੈਂ ਨਹੀਂ ਸਨ ਜਾਣੇ। ਮਹਾਰਾਜ ਜੀ, ਤੁਸੀਂ ਮਹਾਂਪੁਰਖ ਹੋ, ਪੂਰਨ ਹੋ। ਮੈਂ ਤੁਹਾਡੇ ਜਿਹੜੇ ਚਲਤ ਸਨ, ਕੌਤਕ ਸਨ, ਚੋਜ ਸਨ, ਉਹ ਨਹੀਂ ਜਾਣੇ। ਨਿਸ ਦਿਨ ਨਿੰਦਤ ਰਹੀ ਬਿਸਾਲਾ। ਮੈਂ ਰਾਤ ਦਿਨ ਤੁਹਾਡੀ ਨਿੰਦਾ ਚ ਰਿਹਾ, ਤੁਹਾਡੀ ਨਿੰਦਾ ਕਰਦਾ ਰਿਹਾ। ਪਚੀ ਪਏ ਨਿਤ ਜਗਤ ਜੰਜਾਲਾ। ਸੰਸਾਰ ਦੇ ਜਿਹੜੇ ਜੰਜਾਲ ਨੇ, ਮੈਂ ਉਹਨਾਂ ਜੰਜਾਲਾਂ ਦੇ ਵਿੱਚ ਖਚਤ ਰਿਹਾ ਔਰ ਰਾਤ ਦਿਨ ਤੁਹਾਡੀ ਨਿੰਦਾ ਤੇ ਆਲੋਚਨਾ ਕਰਦਾ ਰਿਹਾ। ਅਵਗੁਣ ਕਰੇ ਬਖਸ਼ੀਏ ਮੋਈ। ਹੇ ਪ੍ਰਭੂ ਜੀ, ਇਹ ਮੇਰੇ ਬੜੇ ਵੱਡੇ ਅਵਗੁਣ ਨੇ। ਮੈਂ ਇਹ ਬੜਾ ਵੱਡਾ ਅਵਗੁਣ ਕੀਤਾ, ਤੁਹਾਡੀ ਨਿੰਦਾ ਕੀਤੀ ਹੈ, ਤੁਹਾਡੇ ਸਨਮੁਖ ਆ ਕੇ ਵੀ ਮੈਂ ਬੋਲ ਕਬੋਲ ਕਹੇ ਨੇ। ਹੇ ਬਖਸ਼ਣਹਾਰ ਬਖਸ਼ੰਦ ਸਾਹਿਬ, ਆਪ ਕਿਰਪਾ ਕਰਕੇ ਮੈਨੂੰ ਬਖਸ਼ ਲਵੋ। ਆਏ ਹਮਾਰੀ ਲੱਜਿਆ ਤੋਈ। ਮਹਾਰਾਜ ਜੀ, ਮੇਰੀ ਲੱਜਿਆ ਆਪ ਜੀ ਨੂੰ ਹੈ। ਮਹਾਰਾਜ, ਸਾਡੀ ਲਾਜ ਤੁਹਾਨੂੰ ਹੈ, ਜਿਹੋ ਜੇ ਵੀ ਹਾਂ ਤੁਹਾਡੇ ਹਾਂ। ਦੀਨ ਪਏ ਕੋ ਦੇਖ ਦਿਆਲਾ। ਜਦੋਂ ਬਾਬਾ ਮੂਲ ਚੰਦ ਸਾਹਿਬ ਜੀ ਨੇ ਏਦਾਂ ਦੀਨ ਹੋ ਕੇ ਬੇਨਤੀ ਕੀਤੀ, ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਏ ਤੇ ਦਿਆਲ ਹੋਏ। ਕਈ ਬਚਨ ਕਰ ਕਿਰਪਾ ਵਿਸਾਲਾ। ਭਾਰੀ ਕਿਰਪਾ ਕਰਕੇ ਦਇਆ ਦੇ ਘਰ ਵਿੱਚ ਆ ਕੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ, ਸਿਮਰੋ ਸਤ ਨਾਮ ਗਤ ਦਾਈ। ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ, ਪਾਰ ਬ੍ਰਹਮ ਪਰਮੇਸ਼ਰ ਦਾ ਸੱਚਾ ਨਾਮ ਸਿਮਰਿਆ ਕਰੋ, ਨਾਮ ਦੀ ਕਮਾਈ ਕਰਿਆ ਕਰੋ, ਗੁਰ ਸ਼ਬਦ ਦਾ ਅਭਿਆਸ ਕਰਿਆ ਕਰੋ। ਸਤ ਸੰਗਤ ਮੈਂ ਮਿਲ ਸੁਖ ਪਾਈ। ਔਰ ਸਤ ਸੰਗਤ ਵਿੱਚ ਮਿਲ ਕੇ ਹਰੀ ਜਸ ਕਰਿਆ ਕਰੋ, ਸੁਣਿਆ ਕਰੋ। ਸਤ ਸੰਗਤ ਵਿੱਚ ਮਿਲ ਕੇ ਸੁਖ ਪ੍ਰਾਪਤ ਕਰਨਾ ਹੈ। ਕਰ ਬੰਧਨ ਕਰ ਤਾਰੇ ਅਗਾਰੀ। ਔਰ ਪਰਮੇਸ਼ਰ ਅੱਗੇ ਬੰਦਨਾ ਕਰੋ, ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਅੱਗੇ ਨਮਸਕਾਰ ਕਰੋ। ਪਾਵੋਗੇ ਅਪਵਰਗ ਸੁਖਾਰੀ। ਜਦੋਂ ਨਿਰੰਕਾਰ ਦੇ ਅੱਗੇ ਬੰਦਨਾ ਕਰੋਗੇ ਤਾਂ ਬਾਬਾ ਜੀ ਤੁਹਾਨੂੰ ਅਪਵਰਗ ਦੀ, ਮੋਕਸ਼ ਦੀ ਪ੍ਰਾਪਤੀ ਹੋਵੇਗੀ। ਇਸ ਬਿਦ ਸੁਨ ਕੇ ਸੀਸ ਨਿਵਾਇਓ। ਇਹ ਬਚਨ ਸਤਿਗੁਰਾਂ ਦੇ ਸੁਣ ਕੇ ਬਾਬਾ ਮੂਲ ਚੰਦ ਸਾਹਿਬ ਜੀ ਨੇ ਸਤਿਗੁਰਾਂ ਦੇ ਅੱਗੇ ਸੀਸ ਨਿਵਾਇਆ, ਸੀਸ ਝੁਕਾਇਆ ਹੈ। ਮੋਹ ਪਟਲ ਤਤ ਛਿਨ ਬਿਲ ਗਾਇਓ। ਬਸ ਸੀਸ ਝੁਕਾਉਣ ਦੀ ਦੇਰੀ ਸੀ ਕਿ ਬਾਬਾ ਮੂਲ ਚੰਦ ਜੀ ਦੇ ਅੰਦਰ ਜਿਹੜੇ ਮੋਹ ਦੇ ਪਰਦੇ ਸਨ, ਇੱਕਦਮ ਦੂਰ ਹੋ ਗਏ। ਮੋਹ ਦਾ ਜਿਹੜਾ ਪਰਦਾ ਸੀ ਉਹ ਇੱਕਦਮ ਪਾਸੇ ਹਟ ਗਿਆ, ਕਿਉਂਕਿ ਬਾਬਾ ਮੂਲ ਚੰਦ ਸਾਹਿਬ ਜੀ ਭਾਵੇਂ ਕਿ ਦੁਨਿਆਵੀ ਰਿਸ਼ਤੇ 'ਚ ਗੁਰਦੇਵ ਦੇ ਸਹੁਰਾ ਸਾਹਿਬ ਨੇ, ਪਰ ਕੋਈ ਕਈ ਜਨਮਾਂ ਦੀ ਬੰਦਗੀ ਸੀ ਜਿਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦਾ ਜਨਮ ਹੋਇਆ ਹੈ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਾਤਸ਼ਾਹ ਨਾਲ ਦੁਨਿਆਵੀ ਸੰਬੰਧ ਜੁੜਿਆ ਹੈ। ਬਾਬਾ ਮੂਲ ਚੰਦ ਸਾਹਿਬ ਜੀ ਦੀ ਕਈ ਜਨਮਾਂ ਦੀ ਬੰਦਗੀ ਰਹੀ ਹੋਵੇਗੀ। ਇਸ ਕਰਕੇ ਕਹਿੰਦੇ ਹੁਣ ਇੱਕਦਮ ਹੀ ਨਮਸਕਾਰ ਕਰਦਿਆਂ,
ਹਿਰਦੇ ਚੋਂ ਮੋਹ ਦਾ ਪਰਦਾ ਦੂਰ ਹੋ ਗਿਆ। ਸਿਮਰਨ ਮੈਂ ਲਿਵ ਲਗੀ ਸੋਹੇਲੇ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਿਮਰਨ ਵਿੱਚ ਲਿਵ ਲੱਗ ਗਈ ਬਾਬਾ ਮੂਲ ਚੰਦ ਸਾਹਿਬ ਦੀ। ਸੁਰਤ ਜੁੜ ਗਈ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ। ਤਜੀ ਪਹਿਲ ਕੀ ਦ્વੈਤ ਦੋਹੇਲੇ। ਔਰ ਜਿਹੜੀ ਹਿਰਦੇ ਦੀ ਪਹਿਲੀ ਦ્વੈਸ਼ ਦੀ ਬਿਰਤੀ ਸੀ, ਉਸ ਦੁਈ ਦ્વੈਸ਼ ਦੀ ਬਿਰਤੀ ਨੂੰ ਬਾਬਾ ਜੀ ਨੇ ਆਪਣੇ ਹਿਰਦੇ ਚੋਂ ਤਿਆਗ ਦਿੱਤਾ ਹੈ। ਆਨ ਸਦਨ ਨਿਜ ਤੀਆ ਸਮਝਾਈ। ਬਾਬਾ ਮੂਲ ਚੰਦ ਸਾਹਿਬ ਜੀ ਜਦੋਂ ਆਏ ਗੁਰੂ ਚਰਨਾਂ 'ਚ ਤੇ ਜਦੋਂ ਵਾਪਸ ਗਏ ਨੇ, ਆਉਣ ਵੇਲੇ ਜੋ ਬਿਰਤੀ ਸੀ ਜਾਣ ਵੇਲੇ ਬਿਲਕੁਲ ਹੀ ਉਹਦੇ ਤੋਂ ਉਲਟ ਰੱਬੀ ਰੰਗਾਂ ਵਿੱਚ ਰੰਗੇ ਹੋਏ। ਆਨੰਦ ਹੀ ਹੋਰ ਹੈ, ਖੇਡ ਹੀ ਹੋਰ ਬਣ ਗਈ। ਜਦੋਂ ਘਰ ਗਏ ਆਪਣੀ ਘਰਵਾਲੀ ਮਾਤਾ ਚੰਦੋ ਰਾਣੀ ਦੇ ਨਾਲ ਜਾ ਕੇ ਗੱਲ ਕਰਕੇ ਉਹਨੂੰ ਸਮਝਾਇਆ। ਪਾਚਲ ਬਾਤਨ ਤੇ ਪਛਤਾਈ। ਜਾ ਕੇ ਸਮਝਾਇਆ ਤੇ ਨਾਲੇ ਪਿਛਲੀਆਂ ਕਈਆਂ ਹੋਈਆਂ ਜਿਹੜੀਆਂ ਗੱਲਾਂ ਸਨ ਜਾਂ ਜੋ ਪਿੱਛੇ ਬੀਤਿਆ ਹੈ ਉਹਦੇ ਤੇ ਪਛਤਾਵਾ ਕਰਦੇ ਹਨ। ਇਤਕ ਕਾਲ ਕੀ ਨੋ ਸਤ ਸੰਗਾ। ਇਹ ਤਾਂ ਮਾਤਾ ਚੰਦੋ ਰਾਣੀ ਦੇ ਹਿਰਦੇ 'ਚ ਵੀ ਗੁਰੂ ਸਾਹਿਬ ਜੀ ਪ੍ਰਤੀ ਭਾਵਨਾ ਬਣ ਗਈ। ਬਾਬਾ ਮੂਲ ਚੰਦ ਸਾਹਿਬ ਤੇ ਮਾਤਾ ਚੰਦੋ ਰਾਣੀ ਨੇ ਇਸੇ ਤਰ੍ਹਾਂ ਕੁਝ ਸਮਾਂ ਸਤ ਸੰਗਤ ਕਰਦਿਆਂ ਬਤੀਤ ਕੀਤਾ। ਹਰ ਚਰਨਨ ਮੈਂ ਪ੍ਰੇਮ ਉਮੰਗਾ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰੇਮ ਹੈ ਔਰ ਉਹ ਪ੍ਰੇਮ ਹਿਰਦੇ ਵਿੱਚ ਉਮਗਦਾ ਹੈ। ਪਏ ਬਬੇਕੀ ਥੋਰਨ ਦਿਨ ਮੈਂ। ਥੋੜੇ ਹੀ ਦਿਨਾਂ ਦੇ ਵਿੱਚ ਬਬੇਕੀ ਹੋ ਗਏ। ਬਬੇਕੀ ਦਾ ਮਤਲਬ ਹੁੰਦਾ ਵਿਚਾਰਵਾਨ ਹੋਣਾ। ਵਿਚਾਰ ਕੀ ਦੋ ਨੂੰ ਛੱਡ ਕੇ ਇੱਕ ਦੀ ਵਿਚਾਰ ਕਰੇ ਉਹਨੂੰ ਬਬੇਕੀ ਕਹਿੰਦੇ ਹਨ। ਆਤਮਾ ਦਾ ਨਿਰਣਾ ਕਰ ਲਿਆ, ਸਾਰ ਅਸਾਰ ਦੀ ਵਿਚਾਰ ਕਰਕੇ ਸਾਰ ਨੂੰ ਗ੍ਰਹਿਣ ਕਰਕੇ ਅਸਾਰ ਦੇ ਤਿਆਗੀ ਹੋ ਗਏ। ਸਤ ਅਸਤ ਲਖਿਓ ਸਭ ਮਨ ਮੈਂ। ਸਤ ਕੀ ਹੈ ਔਰ ਅਸਤ ਕੀ ਹੈ ਇਹ ਆਪਣੇ ਮਨ ਹੀ ਮਨ ਦੋਨਾਂ ਨੇ ਜਾਣ ਲਿਆ। ਕੁਝ ਦਿਨਾਂ 'ਚ ਇਹ ਖੇਡ ਬਣ ਗਈ, ਕਿਉਂਕਿ ਖਾਲਸਾ ਜੀ ਅੰਤਸ਼ਕਰਨ ਤਾਂ ਪਹਿਲੋਂ ਹੀ ਸ਼ੁੱਧ ਸੀ। ਕਈ ਜਨਮਾਂ ਦਾ ਭਜਨ ਕੀਤਾ ਹੋਇਆ ਸੀ। ਬਸ ਹੁਣ ਤਾਂ ਕੇਵਲ ਜਾਗ ਜਗਣੀ ਸੀ, ਜਾਂ ਇਦਾਂ ਕਹੀਏ ਵੀ ਅਗਨੀ ਲੱਗ ਕੇ ਕੇਵਲ ਦੀਵੇ ਜਗਣ ਵਾਸਤੇ ਹੀ ਸਮਾਂ ਲੱਗਣਾ ਸੀ। ਦੀਵਾ ਤਿਆਰ ਸੀ, ਬੱਤੀ ਤਿਆਰ ਸੀ, ਤੇਲ ਵਿੱਚ ਪਿਆ ਹੋਇਆ ਸੀ। ਅਗਨੀ ਗੁਰੂ ਨਾਨਕ ਸਾਹਿਬ ਨੇ ਲਾ ਦਿੱਤੀ ਹੈ। ਕਹਿੰਦੇ ਦਿਨਾਂ ਦੇ ਵਿੱਚ ਹੀ ਇਹ ਬਬੇਕੀ ਹੋ ਗਏ। ਸਤ ਤੇ ਅਸਤ ਦੀ ਵਿਚਾਰ ਕਰਨ ਲੱਗ ਪਏ। ਆਰ ਬਲਾ ਪੂਰਨ ਪੁਨ ਹੋਈ। ਖਾਲਸਾ ਜੀ ਇਹਨਾਂ ਸਰੀਰਾਂ ਦਾ ਇੱਕ ਨਾ ਇੱਕ ਦਿਨ ਬਿਨਸਣਾ ਤਾਂ ਵਸ਼ ਹੈ ਹੀ ਹੈ। ਜਿਤਨੇ ਵੀ ਹੋਏ ਸਭ ਦੇ ਸਰੀਰਾਂ ਦਾ ਅੰਤ ਹੋਇਆ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਇਹ ਸਰੀਰ ਇੱਕ ਨਾ ਇੱਕ ਦਿਨ ਬਿਨਸਣੇ ਹਨ। ਬਾਬਾ ਮੂਲ ਚੰਦ ਸਾਹਿਬ ਤੇ ਮਾਤਾ ਚੰਦੋ ਰਾਣੀ ਦੇ ਸਰੀਰਾਂ ਦਾ ਅੰਤਮ ਸਮਾਂ ਆ ਗਿਆ ਹੈ। ਜਦੋਂ ਆਰਬਲਾ ਇਹਨਾਂ ਦੀ ਬਤੀਤ ਹੋ ਗਈ। ਸੁਖ ਸੋ ਤਨ ਤਜ ਗੇ ਤਬ ਦੋਈ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਦੋਨਾਂ ਨੇ ਸੁਖ ਸਹਿਤ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ ਹੈ। ਸ਼੍ਰੀ ਨਾਨਕ ਤਿਨ ਕੀ ਗਤ ਕਰਕੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਬਾਬਾ ਮੂਲ ਦਰਸ਼ਨ ਕਰਨ ਵਾਸਤੇ ਆਉਂਦਾ ਹੈ। ਦੂਸਰੇ ਤੋਂ ਤੀਸਰਾ ਸੁਣਦਾ, ਤੀਸਰੇ ਤੋਂ ਚੌਥਾ ਸੁਣਦਾ ਹੈ। ਗ੍ਰਾਮ ਨਗਰ ਤੇ ਨਿਕਟ ਜੋ ਆਹੀ। ਨੇੜੇ ਤੇੜੇ ਜਿੰਨੇ ਗ੍ਰਾਮ ਨੇ ਨਗਰ ਹਨ, ਕਿਉਂਕਿ ਉਦੋਂ ਕਰਤਾ ਅਪਰਾਧੋ। ਕਹਿੰਦੇ ਐਸੇ ਵੱਡੇ ਮਹਾ ਸਾਧੂ ਨੇ, ਵੱਡੇ ਸਾਧੂ ਨੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਵੱਡੇ ਤੋਂ ਵੱਡੇ ਕੀਤੇ ਅਪਰਾਧ ਮਿਟ ਜਾਂਦੇ ਹਨ। ਵੱਡੇ ਤੋਂ ਵੱਡੇ ਕੀਤੇ ਗੁਨਾਹ ਬਖਸ਼ੇ ਜਾਂਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੀਏ। ਕਲਾਵਾਨ ਗੁਣਵਾਨ ਮਹਾਨਾ। ਇਹ ਕਲਾਵਾਨ ਪੁਰਖ ਨੇ, ਗੁਣਵਾਨ ਨੇ, ਸਾਰੇ ਗੁਣਾਂ ਦੇ ਮਾਲਕ ਹਨ। ਹੋਵਤ ਸਾਚ
ਜੋ ਕਰੇ ਬਖਾਨਾ। ਔਰ ਜੋ ਆਪਣੀ ਰਸਨਾ ਤੋਂ ਕਹਿੰਦੇ ਨੇ ਉਹ ਸੱਚ ਹੁੰਦਾ ਹੈ, ਜੋ ਆਖ ਦਿੰਦੇ ਨੇ ਉਹੀ ਸੱਚ। ਖਾਲਸਾ ਜੀ, ਗੁਰੂ ਨਾਨਕ ਸਾਹਿਬ ਜੋ ਕਹਿੰਦੇ ਨੇ ਉਹੀ ਸੱਚ ਹੈ, ਉਹਦੇ ਤੋਂ ਪਰੇ ਕੋਈ ਸੱਚ ਨਹੀਂ। ਸਭ ਕਹਿ ਰਹੇ ਨੇ, ਕਹਿੰਦੇ ਜੋ ਕਹਿ ਦਿੰਦੇ ਨੇ ਉਹ ਸੱਚ ਹੈ। ਨਿਤ ਸਾਹਿਬ ਮੈਂ ਜਿਸ ਕੀ ਪ੍ਰੀਤਾ, ਜਿਨ੍ਹਾਂ ਦੇ ਹਿਰਦੇ ਵਿੱਚ ਹਮੇਸ਼ਾ ਸਾਹਿਬ ਦੀ ਪ੍ਰੀਤ ਹੈ, ਜਿਹੜੇ ਹਮੇਸ਼ਾ ਕਰਤਾਰ ਦੀ ਪ੍ਰੀਤ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਸ਼ਾਂਤ ਰੂਪ ਨੈ ਡੋਲੇ ਚੀਤਾ, ਔਰ ਇਹਨਾਂ ਦਾ ਹਿਰਦਾ ਸ਼ਾਂਤ ਰਹਿੰਦਾ, ਕਦੇ ਇਹਨਾਂ ਦਾ ਚਿੱਤ ਨਹੀਂ ਡੋਲਦਾ। ਇਹ ਅਡੋਲ ਹਿਰਦੇ ਦੇ ਮਾਲਕ ਨੇ। ਜੇ ਕਿਸੇ ਦਾ ਹਿਰਦਾ ਡੋਲਦਾ ਹੋਵੇ, ਜਿਹੜਾ ਜਾ ਕੇ ਇਹਨਾਂ ਦੇ ਦਰਸ਼ਨ ਕਰ ਲੈਂਦਾ, ਤੇ ਡੋਲਣ ਵਾਲਿਆਂ ਦੇ ਹਿਰਦੇ ਵੀ ਅਡੋਲ ਹੋ ਜਾਂਦੇ ਹਨ। ਇਹ ਦਰਵੇਸ਼ ਖੁਦਾਏ ਪਿਆਰਾ, ਇਹ ਦਰਵੇਸ਼ ਨੇ, ਇਹ ਖੁਦਾ ਦੇ ਪਿਆਰੇ ਨੇ, ਅਕਾਲ ਪੁਰਖ ਦੇ ਪਿਆਰੇ ਹਨ। ਕਿਦੋਂ ਖੁਦਾਏ ਆਪ ਤਨ ਧਾਰਾ, ਇਸ ਤਰ੍ਹਾਂ ਕਹਿ ਲਈਏ ਕਿ ਮਾਨੋ ਖੁਦਾ ਨੇ ਆਪ ਹੀ ਸਰੀਰ ਧਾਰਨ ਕੀਤਾ ਹੈ। ਖੁਦਾ ਆਪ ਹੀ ਸਰੀਰ ਧਾਰਨ ਕਰਕੇ ਸੰਸਾਰ ਵਿੱਚ ਆਇਆ ਹੈ। ਬਹੁ ਨਰ ਆਨ ਬੂਝ ਨਾ ਕਰਈ, ਬਹੁਤ ਸਾਰੇ ਲੋਕ ਆ ਕੇ ਪੁੱਛਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ। ਤੂਰਨ ਸਭ ਕੋ ਪ੍ਰਸ਼ਨ ਉਚਰਈ, ਜਿਹੜਾ ਕੋਈ ਸਵਾਲ ਪੁੱਛਦਾ ਆਪਣੀ ਜਗਿਆਸਾ ਧਾਰਨ ਕਰਕੇ, ਮਹਾਰਾਜ ਜੀ ਝੱਟ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਤਿਨਾਂ ਦੇ ਸੰਸ਼ੇ ਨਿਵਾਰ ਦਿੰਦੇ ਹਨ। ਪੂਰਾ ਗੁਰੂ ਆਪਣੇ ਸੇਵਕਾਂ ਦੇ ਹਿਰਦਿਆਂ ਚੁੱਠਣ ਵਾਲੇ ਹਰ ਇੱਕ ਸਵਾਲ ਦਾ ਜਵਾਬ ਦੇਣ ਦੀ ਸਮਰੱਥਾ ਰੱਖਦਾ ਹੈ। ਸੰਨਿਆਸੀ ਬ੍ਰਹਮਚਾਰੀ ਗ੍ਰਸਤੀ, ਖਾਲਸਾ ਜੀ ਕੇਵਲ ਗ੍ਰਸਤੀ ਨਹੀਂ ਆਉਂਦੇ ਮਹਾਰਾਜ ਜੀ ਦੇ ਪਾਸ, ਬੜੇ ਬੜੇ ਸੰਨਿਆਸੀ, ਬ੍ਰਹਮਚਾਰੀ, ਵੈਰਾਗੀ, ਜਿਹੜਾ ਵੀ ਸਤਿਗੁਰਾਂ ਦੀ ਵਡਿਆਈ ਸੁਣਦਾ ਉਹ ਚੱਲ ਕੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆ ਜਾਂਦਾ। ਹੁਣ ਉਹਨਾਂ ਸੰਨਿਆਸੀਆਂ ਦੇ ਭੇਸ ਸੰਨਿਆਸੀਆਂ ਵਾਲੇ ਨੇ, ਵੈਰਾਗੀਆਂ ਵਾਲੇ ਨੇ, ਬ੍ਰਹਮਚਾਰੀਆਂ ਦੇ ਬ੍ਰਹਮਚਾਰੀਆਂ ਵਾਲੇ ਨੇ। ਖਾਲਸਾ ਜੀ, ਅੱਜ ਜੇ ਕਿਤੇ ਇਹੋ ਜਿਹੇ ਪ੍ਰਾਣੀ ਗੁਰੂ ਘਰ ਵਿੱਚ ਆ ਜਾਣ ਤੇ ਸਾਡੀ ਬਿਰਤੀ ਉਹਨਾਂ ਪ੍ਰਤੀ ਹੋਰ ਹੋ ਜਾਂਦੀ ਹੈ ਵੇਖਣ ਦੀ, ਵੀ ਇਹ ਕਿਉਂ ਆ ਗਏ। ਪਰ ਮੇਰੇ ਸਾਹਿਬ ਦੇ ਚਰਨਾਂ ਵਿੱਚ ਇਹ ਸਾਰੇ ਹੀ ਆਉਂਦੇ ਨੇ। ਕਹਿੰਦੇ ਵੱਡੇ ਵੱਡੇ ਸੰਨਿਆਸੀ ਆਉਂਦੇ ਮਹਾਰਾਜ ਜੀ ਕੋਲੋਂ ਗਿਆਨ ਲੈਣ, ਬੈਰਾਗੀ ਵੀ ਆਉਂਦੇ ਨੇ, ਜਿਹੜੇ ਬ੍ਰਹਮਚਾਰੀ ਨੇ ਬਚਪਨ ਤੋਂ, ਬਾਲ ਬ੍ਰਹਮਚਾਰੀ, ਜਤੀ ਕਹਾਉਣ ਵਾਲੇ, ਉਹ ਵੀ ਆਉਂਦੇ ਮਹਾਰਾਜ ਜੀ ਦੇ ਪਾਸ, ਤੇ ਜਿਹੜੇ ਗ੍ਰਸਤੀ ਨੇ ਉਹ ਵੀ ਚੱਲ ਕੇ ਆਉਂਦੇ ਹਨ। ਹੁਣ ਅਸੀਂ ਸਾਰੇ ਗ੍ਰਸਤੀਆਂ ਤੇ ਕਹਿੰਦੇ ਆ ਵੀ ਸਾਡੇ ਗੁਰੂ ਨਾਨਕ ਸਾਹਿਬ ਸਾਡੇ ਇਕੱਲੇ ਗ੍ਰਸਤੀਆਂ ਦੇ ਨੇ, ਸਾਡਾ ਹੀ ਗੁਰੂ ਸਾਹਿਬ ਦੇ ਉੱਤੇ ਕਬਜ਼ਾ ਥੋੜੀ ਆ ਗ੍ਰਸਤੀਆਂ ਦਾ। ਗੁਰੂ ਸਾਹਿਬ ਜੀ ਦੇ ਉੱਤੇ ਤਾਂ ਭਾਵਨਾ ਗੁਰੂ ਖਾਲਸਾ ਜੀ ਬ੍ਰਹਮਚਾਰੀਆਂ ਦੀ ਵੀ ਹੈ, ਸੰਨਿਆਸੀਆਂ ਦੀ ਵੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਤਾਂ ਸਾਰਿਆਂ ਦੇ ਸਾਂਝੇ ਹਨ। ਤੋ ਇਹ ਸਾਰੇ ਚੱਲ ਕੇ ਆਉਂਦੇ ਹਨ। ਤਪੀ ਬੈਰਾਗੀ ਬਾਨ ਜੇ ਪ੍ਰਸਤੀ, ਬੜੇ ਬੜੇ ਤਪਸਵੀ ਵੈਰਾਗੀ, ਜਿਹੜੇ ਬਾਨ ਜੇ ਪ੍ਰਸਤੀ। ਬਾਨ ਪ੍ਰਸਤੀ ਕਿਹੜੇ ਹੁੰਦੇ ਐ? ਬਾਨ ਪ੍ਰਸਤੀ ਉਹ ਹੁੰਦੇ ਨੇ ਜਿਹੜੇ ਗ੍ਰਸਥ ਆਸ਼ਰਮ ਚੋਂ ਨਿਕਲ ਕੇ ਬਾਨ ਪ੍ਰਸਤ ਚ ਗਏ ਹੋਣ। ਚਾਰ ਆਸ਼ਰਮ ਕਹੇ ਜਾਂਦੇ ਨੇ। ਇੱਕ ਬ੍ਰਹਮਚਰਜ ਹੈ, 1 ਸਾਲ ਤੋਂ 25 ਸਾਲ ਦੀ ਉਮਰ ਤੱਕ, 25 ਤੋਂ 50 ਸਾਲ ਦੀ ਉਮਰ ਤੱਕ ਗ੍ਰਸਥ ਆਸ਼ਰਮ ਹੈ, ਔਰ 50 ਸਾਲ ਤੋਂ 75 ਸਾਲ ਦੀ ਉਮਰ ਤੱਕ ਦਾ ਜਿਹੜਾ ਸਮਾਂ ਉਹ ਬਾਨਪ੍ਰਸਤ ਹੈ, ਔਰ 75 ਤੋਂ 100 ਸਾਲ ਦੀ ਉਮਰ ਤੱਕ ਦਾ ਸੰਨਿਆਸ ਆਸ਼ਰਮ ਹੈ। 50 ਤੋਂ 75 ਸਾਲ ਦੀ ਉਮਰ ਤੱਕ ਜਿਹੜਾ ਬਾਨਪ੍ਰਸਤ ਹੈ, ਉਹਦਾ ਮਤਲਬ ਹੁੰਦਾ ਵੀ ਹੁਣ ਘਰ ਦੀ ਜਿਹੜੀ ਮਮਤਾ ਹੈ ਪਰਿਵਾਰ ਦੀ, ਉਹ ਸਹਿਜੇ ਸਹਿਜੇ ਘਟਾਉਣੀ, ਧਰਮ ਸਥਾਨਾਂ ਦੀ ਯਾਤਰਾ ਕਰਨੀ, ਗੁਰੂ ਅਸਥਾਨਾਂ ਦੀ ਯਾਤਰਾ ਤੇ ਜਾ ਕੇ ਵੱਧ ਤੋਂ ਵੱਧ ਸਮਾਂ ਉੱਥੇ ਸੇਵਾ ਕਰਦਿਆਂ ਬਤੀਤ ਕਰਨਾ, ਘਰ ਤੋਂ ਮੋਹ ਜਿਹੜਾ ਹੈ ਉਹ ਹਟਾ ਲੈਣਾ। ਇਹ ਗੁਰੂ ਖਾਲਸਾ ਜੀ ਨੂੰ ਬਾਨਪ੍ਰਸਤ ਦੀ ਅਵਸਥਾ ਕਹਿੰਦੇ ਹਨ। ਇੱਥੇ ਤਾਂ 100-100 ਸਾਲ ਦੇ ਬਜ਼ੁਰਗ ਮਮਤਾ ਨਹੀਂ ਛੱਡਦੇ, ਪਰਿਵਾਰਾਂ ਦੇ ਟੱਬਰ ਦੀ ਮੋਹ ਦੀ ਮਮਤਾ ਦੀ ਬਿਰਤੀ ਤਾਂ ਵੀ ਬਣੀ ਰਹਿੰਦੀ ਹੈ। ਬਾਨਪ੍ਰਸਤੀ ਹਨ ਜਿਹੜੇ, ਉਹ ਵੀ ਚੱਲ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਉਂਦੇ, ਗਿਆਨ ਪ੍ਰਾਪਤ ਕਰਦੇ ਹਨ। ਜੋਗੀ ਬੌਰ ਵੈਸ਼ਨੋ ਜੋ, ਖਾਲਸਾ ਜੀ ਜੋਗੀ, ਫਿਰ ਜਿਹੜੇ ਵੈਸ਼ਨਵ ਮਤ ਵਾਲੇ ਨੇ,
ਇਹ ਸਭ ਚੱਲ ਕੇ ਆਉਂਦੇ ਸਤਿਗੁਰਾਂ ਦੇ ਚਰਨਾਂ ਵਿੱਚ। हिंदू मुसलमान सबको, ਚਾਹੇ ਹਿੰਦੂ ਨੇ ਚਾਹੇ ਮੁਸਲਮਾਨ ਨੇ, ਸਭ ਆਉਂਦੇ ਆ ਮਹਾਰਾਜ ਜੀ ਦੇ ਚਰਨਾਂ ਵਿੱਚ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸਾਰੇ ਜਗਤ ਦੇ ਸਾਂਝੇ ਰਹਿਬਰ ਹਨ। ਹਿੰਦੂ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਹਨ। आए जिसन से को करई, ਆ ਕੇ ਜਦੋਂ ਕੋਈ ਮਨ 'ਚ ਸੰਸਾ ਕਰਦਾ ਹੈ, ਕੋਈ ਵੀ ਆ ਕੇ ਜਦੋਂ ਸੰਦੇਹ ਕਰਦਾ ਹੈ, तत चिन्ह उत्तर प्रभु उचरई, ਉਹਦੇ ਸੰਦੇਹ ਦੀ ਨਿਰਵਿਰਤੀ ਕਰਨ ਲਈ ਤਤਛਿਨ ਮਹਾਰਾਜ ਜੀ ਜਵਾਬ ਦਿੰਦੇ ਹਨ। ਔਰ ਜਿਹਦੇ ਮਨ 'ਚ ਕੋਈ ਸੰਦੇਹ ਹੁੰਦਾ ਹੈ, ਝੱਟ ਉਹਦੇ ਮਨ ਦਾ ਸੰਦੇਹ ਸਤਿਗੁਰੂ ਜੀ ਨਿਵਾਰ ਦਿੰਦੇ ਹਨ। सुन सुन शरदा उर में तरई, ਮਹਾਰਾਜ ਜੀ ਦੇ ਬਚਨ ਸੁਣ ਕੇ, ਗੁਰਦੇਵ ਦੇ ਪਾਵਨ ਬਾਣੀ ਦੇ ਅੰਮ੍ਰਿਤ ਬੋਲ ਸੁਣ ਕੇ ਸਭ ਦੇ ਮਨ ਵਿੱਚ ਗੁਰੂ ਪਾਤਸ਼ਾਹ ਪ੍ਰਤੀ ਸ਼ਰਧਾ, ਭਾਵਨਾ ਤੇ ਸਤਿਕਾਰ ਪ੍ਰਗਟ ਹੋ ਰਿਹਾ ਹੈ। शब्द लिखे पुन बौर बिचरई, ਮਹਾਰਾਜ ਜੀ ਸ਼ਬਦ ਉਚਾਰਦੇ ਨੇ ਔਰ ਉਹਨਾਂ ਸ਼ਬਦਾਂ ਨੂੰ ਫਿਰ ਬੜੇ ਪਿਆਰ ਨਾਲ ਉਹ ਗੁਰਮੁਖ ਪਿਆਰੇ ਲਿਖ ਲੈਂਦੇ ਹਨ। ਲਿਖ ਕੇ ਫਿਰ ਉਹਨਾਂ ਸ਼ਬਦਾਂ ਨੂੰ ਪੜ੍ਹਦੇ ਨੇ, ਪੜ੍ਹ ਕੇ ਫਿਰ ਉਹਨਾਂ ਸ਼ਬਦਾਂ ਨੂੰ ਵਿਚਾਰਦੇ ਹਨ। दोहरा पुर लाहौर के मनुज बो होए सेवक आए, ਖਾਲਸਾ ਜੀ ਲਾਹੌਰ ਸ਼ਹਿਰ ਤੋਂ ਵੀ ਬਹੁਤ ਸਾਰੀ ਸੰਗਤ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣ ਲੱਗੀ। ਲਾਹੌਰ ਸ਼ਹਿਰ ਤੋਂ ਬਹੁਤ ਸਾਰੇ ਗੁਰਸਿੱਖ ਮਨਜ ਆ ਕੇ ਮਹਾਰਾਜ ਜੀ ਦੇ ਸਿੱਖ ਹੋਏ, ਗੁਰੂ ਪਾਤਸ਼ਾਹ ਦੇ ਸੇਵਕ ਹੋਏ। नाम दान इशनान दिड़ सिखे कीर्तन गाए, ਸਤਿਗੁਰਾਂ ਦੇ ਪਾਸ ਆ ਕੇ ਤਿੰਨ ਚੀਜ਼ਾਂ ਦ੍ਰਿੜ ਕਰਦੇ, ਨਾਮ, ਦੂਸਰਾ ਦਾਨ, ਤੀਸਰਾ ਇਸ਼ਨਾਨ। ਤਿੰਨੇ ਦ੍ਰਿੜ ਕਰਦੇ ਹਨ ਔਰ ਪਾਤਸ਼ਾਹ ਦੇ ਕੋਲੋਂ ਆ ਕੇ ਗੁਰਬਾਣੀ ਦਾ ਕੀਰਤਨ ਸਿੱਖਦੇ ਹੈ। ਸਿੱਖੈ ਕੀਰਤਨ ਗਾਏ, ਇਹ ਨਾਮਦਾਨ ਇਸ਼ਨਾਨ ਦ੍ਰਿੜ ਕਰਕੇ ਗੁਰੂ ਕੀ ਸਿੱਖਿਆ ਨੂੰ ਸਿੱਖਦਿਆਂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼ਬਦਾਂ ਦਾ ਕੀਰਤਨ ਗਾਇਨ ਕਰਦੇ ਹਨ। चौपाई एक करोड़िया खतरी पुर में, ਖਾਲਸਾ ਜੀ ਲਾਹੌਰ ਸ਼ਹਿਰ ਵਿੱਚ ਇੱਕ ਖੱਤਰੀ ਸੀ ਕਰੋੜੀਆ। ਵੈਸੇ ਇਹਦਾ ਨਾਮ ਭਾਈ ਕਾਹਨ ਸਿੰਘ ਨਾਭੇ ਨੇ ਦੁਨੀ ਚੰਦ ਲਿਖਿਆ। ਇਹ ਗੁਰੂ ਸਾਹਿਬ ਜੀ ਨੇ ਇਹਦਾ ਕਲਿਆਣ ਕੀਤਾ, ਇਹਨੂੰ ਕਿਰਤਾਰਥ ਕੀਤਾ। ਇਹਦੇ ਘਰ ਵੀ ਗਏ ਗਰੀਬ ਨਵਾਜ ਪਾਤਸ਼ਾਹ। ਕਰੋੜੀਆ ਇਹਨੂੰ ਕਹਿੰਦੇ ਸਨ ਕਿਉਂਕਿ ਧਨਵਾਨ ਸੀ, ਇਲਾਕੇ ਦਾ ਮਾਲਕ ਸੀ ਬੜੇ ਵੱਡੇ ਦਾ, ਤੋ ਕਰੋੜੀਆ ਕਹਿ ਦਿੰਦੇ ਸਨ ਇਹਨੂੰ। ਤੇ ਕਰੋੜੀਆ ਖੱਤਰੀ ਜੋ ਲਾਹੌਰ ਸ਼ਹਿਰ ਵਿੱਚ ਰਹਿੰਦਾ ਹੈ। उस्तत सुनत रिसत अत उर में, ਜਦੋਂ ਲਾਹੌਰ ਸ਼ਹਿਰ ਵਿੱਚ ਗੁਰੂ ਸਾਹਿਬ ਦੇ ਜਿਹੜੇ ਸਿੱਖ ਨੇ ਉਹ ਮਹਾਰਾਜ ਜੀ ਦੀ ਸਿਫਤ ਕਰਦੇ ਨੇ, ਜਸ ਕਰਦੇ ਨੇ, ਤੇ ਜਦੋਂ ਕਰੋੜੀਆ ਸੁਣਦਾ ਤੇ ਸੁਣ ਕੇ ਬੜਾ ਗੁੱਸਾ ਕਰਦਾ ਵੀ ਇਹ ਪਤਾ ਨਹੀਂ ਕਿਹਦੀ ਆ ਕੇ ਵਡਿਆਈ ਕਰਦੇ ਨੇ, ਉਪਮਾ ਕਰਦੇ ਨੇ। ਹੰਕਾਰੀ ਮਨੁੱਖ ਦੀ ਇਹ ਪ੍ਰਵਿਰਤੀ ਹੁੰਦੀ ਹੈ, ਉਹ ਕਦੇ ਕਿਸੇ ਦੂਸਰੇ ਦੀ ਸੋਭਾ ਨਹੀਂ ਸੁਣ ਸਕਦਾ, ਦੂਸਰੇ ਦੀ ਵਡਿਆਈ ਨਹੀਂ ਸੁਣ ਸਕਦਾ। ਕਰੋੜੀਆ ਬੜਾ ਗੁੱਸਾ ਕਰਦਾ ਜਦੋਂ ਕੋਈ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕਰਦਾ ਹੈ। करके डर को ताए अगारी, ਔਰ ਇਹ ਅੱਗੋਂ ਉਹਨੂੰ ਡਰਾਵਾ ਦੇਣ ਵਾਸਤੇ ਕੜਕ ਪੈਂਦਾ। ਜੇ ਕੋਈ ਇਹਦੇ ਸਾਹਮਣੇ ਸਿਫਤ ਕਰਦਾ ਨਾ ਤੇ ਕ੍ਰੋਧ ਕਰਦਾ, ਅੱਗੋਂ ਗੁੱਸਾ ਕਰਦਾ ਹੈ। गुर को सुजस न करते उचारी, ਇਹਦਾ ਡਰ ਮੰਨ ਕੇ ਲਾਹੌਰ ਸ਼ਹਿਰ ਦੇ ਜਿਹੜੇ ਗੁਰੂ ਸਾਹਿਬ ਦੇ ਸੇਵਕ ਨੇ ਉਹ ਇਹਦੇ ਸਾਹਮਣੇ ਕਦੇ ਸਤਿਗੁਰਾਂ ਦਾ ਨਾਂ ਹੀ ਨਹੀਂ ਲੈਂਦੇ। ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਕਰੋੜੀਆ ਗੁੱਸਾ ਕਰਦਾ, ਸ਼ਾਹੂਕਾਰ ਸੀ, ਇਲਾਕੇ ਦਾ ਮਾਲਕ ਸੀ, ਤੇ ਲੋਕ ਇਹਦਾ ਭੈ ਮੰਨਦੇ ਨੇ, ਇਹਦਾ ਡਰ ਮੰਨਦੇ ਨੇ। ਔਰ ਇਹਦਾ ਡਰ ਮੰਨ ਕੇ ਗੁਰੂ ਨਾਨਕ ਸਾਹਿਬ ਦਾ ਕੋਈ ਨਾ ਇਹਦੇ ਸਾਹਮਣੇ ਨਾਂ ਨਹੀਂ ਲੈਂਦਾ। रघुबर सुतपुर की राजधानी, ਲਾਹੌਰ ਸ਼ਹਿਰ ਜੋ ਬੜੀ ਵੱਡੀ ਰਾਜਧਾਨੀ ਹੈ, ਜੋ ਲਵ ਤੇ ਕੁਸ਼ ਰਾਮਚੰਦਰ ਦੇ ਦੋ ਪੁੱਤਰ ਹੋਏ। ਲਵ ਨੇ ਲਾਹੌਰ ਸ਼ਹਿਰ ਵਸਾਇਆ ਹੈ ਤੇ ਕੁਸ਼ ਨੇ ਕਸੂਰ ਨਗਰ ਵਸਾਇਆ ਹੈ।
ਤੋ ਲਾਹੌਰ ਸ਼ਹਿਰ ਦੇ ਵਿੱਚ ਜਿਹੜੀ ਰਾਜਧਾਨੀ ਹੈ ਵੱਡੀ ਪੰਜਾਬ ਦੀ, ਲੋਕਨ ਮੇ ਥਾ ਪ੍ਰਧਾਨੀ, ਬਹੁਤ ਸਾਰਿਆਂ ਲੋਕਾਂ ਦੇ ਵਿੱਚ ਪ੍ਰਧਾਨ ਸੀ ਕਰੋੜੀਆ। ਕਰਤ ਹਕੂਮਤ 63 ਬੀਚੂ, ਔਰ ਇਹ ਉਹਨਾਂ ਵਿੱਚ ਹਕੂਮਤ ਕਰਦਾ ਸੀ। ਮੂਰਖਤਾਈ ਇਹਨੇ ਧਾਰਨ ਕੀਤੀ ਹੋਈ ਸੀ। ਜਗਤੇਸ਼ਵਰ ਉਪ ਉਰ ਨ ਸਹੀਚੂ, ਕਹਿੰਦੇ ਇਹੋ ਜੀ ਮੂਰਖਤਾਈ ਧਾਰਨ ਕੀਤੀ ਹੋਈ ਇਸ ਕਰੋੜੀਏ ਖੱਤਰੀ ਨੇ ਕਿ ਗੁਰੂ ਨਾਨਕ ਸਾਹਿਬ ਦੀ ਵਡਿਆਈ ਇਹਨੂੰ ਚੰਗੀ ਨਹੀਂ ਸੀ ਲੱਗਦੀ। ਮਹਾਰਾਜ ਜੀ ਦੀ ਉਪਮਾ ਇਹ ਸਹਿ ਨਹੀਂ ਸੀ ਸਕਦਾ ਸੁਣ ਕੇ। ਇੱਕ ਦਿਨ ਜੋਗੀ ਜਾਚਤ ਫਿਰਤੇ, ਖਾਲਸਾ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਤਾਂ ਜੋਗੀ ਵੀ ਰੰਗ 'ਚ ਪੜਨ ਲੱਗ ਪਏ ਸੀ, ਇਹੋ ਜੀ ਕਲਾ ਵਰਤੀ। ਕਹਿੰਦੇ ਲਾਹੌਰ ਸ਼ਹਿਰ ਵਿੱਚ ਇੱਕ ਦਿਨ ਇੱਕ ਬਾਜ਼ਾਰ 'ਚ ਇੱਕ ਯੋਗੀ ਟੁਰਿਆ ਫਿਰੇ। ਉਹ ਯੋਗੀ ਅਲਖ ਕਰਕੇ ਮੰਗ ਰਿਹਾ ਸੀ ਤੇ ਨਾਲ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਰਿਹਾ ਬੜੇ ਪ੍ਰੇਮ ਨਾਲ। ਸਤਿਗੁਰਾਂ ਦਾ ਸ਼ਬਦ ਉਹਨੇ ਸੁਣ ਕੇ ਯਾਦ ਕੀਤਾ ਹੋਇਆ ਸੀ ਤੇ ਉਸ ਰੰਗ ਦੇ ਵਿੱਚ ਰੰਗਿਆ ਹੋਇਆ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਉਹ ਜੋਗੀ ਪੜ੍ਹ ਰਿਹਾ ਹੈ। ਗੁਰੂ ਸ਼ਬਦ ਕੋ ਗਾਵਨ ਕਰਤੇ, ਸਤਿਗੁਰਾਂ ਦਾ ਸ਼ਬਦ ਬੜੇ ਪ੍ਰੇਮ ਨਾਲ ਗਾ ਰਿਹਾ ਜੋਗੀ। ਹਾਥ ਵਿਖੇ ਕਿੰਗੁਰੀ ਕੋ ਲੀਨੇ, ਉਹਦੇ ਹੱਥ ਵਿੱਚ ਕਿੰਗੁਰੀ ਹੈ, ਨਾਲੇ ਉਹ ਕਿੰਗਰੀ ਵਜਾਉਂਦਾ ਹੈ ਤੇ ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਾਣੀ ਦਾ ਸ਼ਬਦ ਗਾਉਂਦਾ। ਰੀਜ ਬਜਾਵੇਂ ਪ੍ਰੇਮੇ ਪੀਨੇ, ਔਰ ਰੀਝ ਕੇ ਵਜਾਉਂਦਾ ਕਿੰਗਰੀ ਤੇ ਨਾਲੇ ਮਹਾਰਾਜ ਜੀ ਦੇ ਪ੍ਰੇਮ 'ਚ ਭਿੱਜ ਭਿੱਜ ਕੇ ਗਾ ਰਿਹਾ ਹੈ। ਫਿਰਤ ਫਿਰਤ ਪਹੁੰਚੇ ਤੈ ਥਾਨੀ, ਉਹ ਯੋਗੀ ਇੱਕ ਦੋ ਨਾਲ ਉਹਦੇ ਹੋਰ ਸਨ। ਉਹ ਪਾਤਸ਼ਾਹ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਸੇ ਇਲਾਕੇ 'ਚ ਆ ਗਏ ਜਿੱਥੇ ਕਰੋੜੀਆ ਖੱਤਰੀ ਰਹਿੰਦਾ ਸੀ। ਕਰੋੜੀਏ ਦੇ ਭਾਗ ਜਾਗਣੇ ਸਨ, ਇਹਦੇ ਕਰਮ ਜਾਗਣੇ ਸਨ, ਇਹੋ ਜੀ ਕਲਾ ਵਰਤੀ ਹੈ। ਬੈਠਿਓ ਜਹਾਂ ਮੰਦ ਮਤ ਮਾਨੀ, ਮਾਨੀ ਤੇ ਹੰਕਾਰੀ ਬਿਰਤੀ ਨੂੰ ਧਾਰਨ ਕਰਕੇ ਜਿੱਥੇ ਕਰੋੜੀਆ ਖੱਤਰੀ ਬੈਠਾ ਸੀ, ਉਹ ਯੋਗੀ ਬਾਣੀ ਗਾਉਂਦਿਆਂ ਗਾਉਂਦਿਆਂ ਉੱਥੇ ਆ ਪਹੁੰਚੇ। ਸ਼ਬਦ ਸੁਨਤ ਮਤ ਸਰਬੋ ਤਾਰੀ, ਜਦੋਂ ਇਹਨੇ ਸਤਿਗੁਰਾਂ ਦਾ ਸ਼ਬਦ ਸੁਣਿਆ, ਉਹਦੇ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਸੁਣਿਆ ਤੇ ਇੱਕਦਮ ਇਹਦੇ ਮਨ ਵਿੱਚ ਈਰਖਾ ਦੇ ਭਾਂਬੜ ਮਚ ਗਏ। ਜਨ ਬਿਖ ਦੇਤ ਹੋਤ ਦੁਖ ਭਾਰੀ, ਕਹਿੰਦੇ ਮਾਨੋ ਜਿਵੇਂ ਕਿਸੇ ਨੂੰ ਜ਼ਹਿਰ ਦੇ ਦਿਓ ਤੇ ਬੰਦਾ ਦੁਖੀ ਨਹੀਂ ਹੁੰਦਾ, ਏਦਾਂ ਮਹਾਰਾਜ ਜੀ ਦੀ ਬਾਣੀ ਸੁਣ ਕੇ ਦੁਖੀ ਹੋਇਆ ਕਰੋੜੀਆ। ਪ੍ਰਭਤਾ ਮਦ ਅੰਧਾ ਅਗਿਆਨੀ, ਆਪਣੀ ਪ੍ਰਭਤਾ ਦੇ ਹੰਕਾਰ ਦੇ ਵਿੱਚ ਅੰਨਾ ਹੋਇਆ ਫਿਰਦਾ ਸੀ। ਪ੍ਰਭਤਾ ਹੈ ਹੀ ਐਸੀ ਸੰਸਾਰ ਵਿੱਚ ਜਿਹਨੂੰ ਮਿਲੇ ਵੱਡਿਆਂ ਵੱਡਿਆਂ ਨੂੰ ਬਮਾਨੀ ਬਣਾ ਦਿੰਦੀ ਹੈ। ਕੋਈ ਵਿਰਲਾ ਹੈ ਜਿਹੜਾ ਪ੍ਰਭਤਾ ਨੂੰ ਪ੍ਰਾਪਤ ਕਰਕੇ ਹਲੀਮੀ ਧਾਰਨ ਕਰੇ, ਨਹੀਂ ਤਾਂ ਇਹ ਪ੍ਰਭਤਾ ਜਿਸ ਨੂੰ ਮਿਲ ਜੇ ਵੱਡਿਆਂ ਵੱਡਿਆਂ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ। ਤੁਲਸੀ ਐਸਾ ਕੋਇ ਨਾ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਐਸਾ ਨਹੀਂ ਕੋਈ ਜਨਮਿਆ ਸੰਸਾਰ ਵਿੱਚ ਜਿਹਨੂੰ ਪ੍ਰਭਤਾ ਮਿਲੀ ਹੋਵੇ ਤੇ ਉਹਦੇ ਅੰਦਰ ਹੰਕਾਰ ਨਾ ਆਇਆ ਹੋਵੇ। ਇਹ ਆਪਣੀ ਪ੍ਰਭਤਾ ਦੇ ਨਸ਼ੇ ਵਿੱਚ ਹੰਕਾਰਿਆ ਹੋਇਆ ਬੈਠਾ ਸੀ ਕਰੋੜੀਆ। ਸੰਤਨ ਤੇ ਬੇਮੁਖ ਸੁਖ ਹਾਨੀ, ਸਤ ਪੁਰਸ਼ਾਂ ਤੋਂ ਬੇਮੁਖ ਔਰ ਦੁੱਖਾਂ ਦੇ ਵਿੱਚ ਹੀ ਗਰਸਿਆ ਹੋਇਆ। ਛਾਤੀ ਜਰਤ ਮਾਂ ਦੁਖ ਪਾਵਤ, ਇਹਦੀ ਛਾਤੀ ਸੜਦੀ ਹੈ ਔਰ ਵੱਡਾ ਦੁੱਖ ਪ੍ਰਾਪਤ ਕਰਦਾ ਹੈ। ਤਬ ਜੋਗੀ ਇਹ ਤੁਕ ਥੇ ਗਾਵਤ, ਜਦੋਂ ਇਹ ਬੈਠਾ ਸੀ ਉਹ ਯੋਗੀ ਇਹ ਤੁਕਾਂ ਮਹਾਰਾਜ ਜੀ ਦੀ ਬਾਣੀ ਦੀਆਂ ਇਹ ਪੰਕਤੀਆਂ ਗਾ ਰਹੇ ਸਨ। ਸੁਣੋ ਜੀ ਕਿਹੜੀਆਂ ਪੰਕਤੀਆਂ ਹਨ। ਸ੍ਰੀ ਮੁਖ ਵਾਕ ਮਹੱਲਾ ਪਹਿਲਾ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਈ। ਅਕਸਰ ਯੋਗੀ ਲੋਕ ਪੰਜਾਬ ਦੀ ਧਰਤੀ ਤੇ ਪਿੱਛੇ ਕੁਝ ਸਮਾਂ ਪਹਿਲਾਂ ਵੀ ਮਹਾਰਾਜ ਜੀ ਦੇ ਸ਼ਬਦ ਗਾ ਕੇ ਅਕਸਰ ਉਹ ਅਲਖ ਮੰਗਣ ਆਉਂਦੇ ਹੁੰਦੇ, ਐਸਾ ਵਰਤਾਰਾ ਰਿਹਾ ਹੈ। ਤੋ ਇਹ ਯੋਗੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਪੜ੍ਹ ਰਹੇ ਨੇ ਤੇ ਉੱਥੇ ਹੀ ਆ ਗਏ ਜਿੱਥੇ ਉਹ ਬੈਠਾ ਸੀ ਕਰੋੜੀਆ ਖੱਤਰੀ। ਆ ਕੇ ਇਹਨਾਂ ਨੇ ਪੜ੍ਹਿਆ ਮਹੱਲਾ ਪਹਿਲਾ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਉਹ ਮੇਰਿਆ ਮਨਾ ਆ ਸਹੀ ਸਿੱਖਿਆ ਗੁਰੂ ਕੀ ਸੁਣ, ਆ ਕਿਹੜੀਆਂ ਖੋਟੀਆਂ ਬਿਰਤੀਆਂ ਤੂੰ ਧਾਰਨ ਕਰੀ ਬੈਠਾ ਮਨਾ, ਗੁਰੂ ਪਾਤਸ਼ਾਹ ਦੀ ਜਿਹੜੀ ਸੱਚੀ ਸਿੱਖਿਆ ਹੈ, ਸਹੀ ਸਿੱਖਿਆ ਹੈ, ਉਸ ਨੂੰ ਸੁਣਨਾ ਕਰ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ। ਸੱਜਣਾ ਰੱਬ ਲੇਖਾ ਮੰਗੇਗਾ, ਵਈ ਕੱਢ ਲੇਗਾ ਸਾਰੇ ਹਿਸਾਬ ਕਿਤਾਬ ਦੀ, ਲੇਖੇ ਜੋਖੇ ਦੀ। ਮਾਤਾ ਤੂੰ ਭੁਲੇਖੇ 'ਚ ਟੁਰਿਆ ਫਿਰੇ ਵੀ ਮੈਨੂੰ ਕਿਹੜਾ ਕਿਸੇ ਨੇ ਪੁੱਛਣਾ। ਮਹਾਰਾਜ ਜੀ ਕਹਿੰਦੇ ਆ, ਮੇਰਿਆ ਮਨਾ ਤੇਰੀ ਇੱਕ ਇੱਕ ਪਲ ਦੀ ਖਬਰ ਉਸ ਨਿਰੰਕਾਰ ਦੇ ਘਰ ਦੇ ਵਿੱਚ ਪਹੁੰਚ ਰਹੀ ਹੈ। ਇੱਕ ਇੱਕ ਪਲ ਦਾ, ਇੱਕ ਇੱਕ ਅੱਖ ਦੇ ਫੋਰ ਦਾ ਲੇਖਾ ਜੋਖਾ ਤੇਰਾ ਲਿਖਿਆ ਜਾ ਰਿਹਾ ਹੈ। ਔਰ ਰੱਬ ਦੀ ਦਰਗਾਹ ਵਿੱਚ ਗਿਆ, ਰੱਬ ਨੇ ਲੇਖਾ ਮੰਗਣਾ ਹੈ, ਉਹਨੇ ਵਹੀ ਕੱਢ ਲੈਣੀ ਹੈ, ਸਾਰਾ ਹਿਸਾਬ ਕਿਤਾਬ ਕੱਢ ਲੈਣਾ, ਔਰ ਕੱਲੇ ਕੱਲੇ ਪੱਖ ਦਾ ਉਹਨੇ ਲੇਖਾ ਲੈਣਾ ਹੈ। ਤਲਬਾ ਪੌਸਨ ਆਕੀਆ ਬਾਕੀ ਜਿਨਾ ਰਹੀ। ਉਹਨਾਂ ਨੂੰ ਤਲਬਾਂ ਪੈਣੀਆਂ ਨੇ, ਆਵਾਜ਼ਾਂ ਪੈਣੀਆਂ ਨੇ, ਉਹਨਾਂ ਨੂੰ ਤਲਬ ਕੀਤਾ ਜਾਣਾ ਜਿਹੜੇ ਆਕੀ ਨੇ ਉਸ ਪਰਮੇਸ਼ਰ ਤੋਂ, ਜਿਨ੍ਹਾਂ ਦੀ ਬਾਕੀ ਰਹਿ ਗਈ ਹੈ ਨਾ। ਲੇਖਾ ਜੋਖਾ ਹੁੰਦਾ ਨਾ, ਕਿਸੇ ਕੋਲੋਂ ਕੋਈ ਧਨ ਉਧਾਰਾ ਲਿਆ ਹੋਵੇ ਤੇ ਜੇ ਉਹ ਹਿਸਾਬ ਕਿਤਾਬ ਕਲੀਅਰ ਨਾ ਹੋਵੇ ਤਾਂ ਕਹਿ ਦਿੰਦਾ ਵੀ ਬਾਕੀ ਰਹਿੰਦਾ ਤੇਰਾ, ਮੁੜ ਕੇ ਫਿਰ ਪੁੱਛਾਂਗਾ। ਕਹਿੰਦੇ ਜਿਨ੍ਹਾਂ ਦੀ ਬਾਕੀ ਰਹਿ ਜਾਂਦੀ ਹੈ ਨਾ, ਉਹਨਾਂ ਨੂੰ ਫਿਰ ਭਾਈ ਨਿਰੰਕਾਰ ਪਰਮੇਸ਼ਰ ਦੇ ਘਰ ਦੇ ਵਿੱਚ ਤਲਬਾਂ ਹੁੰਦੀਆਂ, ਆਵਾਜ਼ਾਂ ਪੈਂਦੀਆਂ ਹਨ। ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ। ਅਜ਼ਰਾਈਲ ਵਰਗੇ ਫਰਿਸ਼ਤੇ ਆਉਂਦੇ ਆ, ਉਹ ਆ ਕੇ ਦੱਸਦੇ ਆ ਹਿਸਾਬ ਕਿਤਾਬ, ਜਿਹਨੂੰ ਆਪਾਂ ਚਿਤਰਗੁਪਤ ਵੀ ਕਹਿ ਦਿੰਦੇ ਹਾਂ। ਆਵਣ ਜਾਣ ਨਾ ਸੁਝਈ ਭੀੜੀ ਗੱਲੀ ਫਈ। ਆਵਣ ਜਾਣ ਨਾ ਸੁਝਈ ਭੀੜੀ ਗੱਲੀ ਫਹੀ। ਕਹਿੰਦੇ ਤੈਨੂੰ ਆਪਣੇ ਆਵਣ ਜਾਣ ਦੀ ਸੋਝੀ ਨਹੀਂ, ਗਿਆਨ ਨਹੀਂ। ਔਰ ਭੀੜੀ ਗਲੀ, ਇਹੋ ਜੀ ਔਖੀ ਭੀੜੀ ਗਲੀ ਹੈ ਜਿੱਥੋਂ ਤੈ ਲੰਘ ਕੇ ਜਾਣਾ ਹੈ, ਉਹਦਾ ਤੈਨੂੰ ਗਿਆਨ ਨਹੀਂ, ਉਹਦੀ ਤੈਨੂੰ ਸੋਝੀ ਨਹੀਂ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਪਾਤਸ਼ਾਹ ਕਹਿੰਦੇ ਆ ਝੂਠ ਨਿਖੁੱਟ ਜਾਣਾ, ਅੰਤ ਨੂੰ ਕੇਵਲ ਸੱਚ ਹੀ ਰਹਿਣਾ ਹੈ। ਜੋ ਸੱਚ ਹੈ ਉਹ ਰਹਿ ਜਾਣਾ, ਅੰਤ ਨੂੰ ਕੂੜ ਦੇ ਨਿਖੁੱਟ ਜਾਣਾ। ਇਹੀ ਸੰਸਾਰ ਦੇ ਵਿੱਚ ਵਿਧਾਨ ਹੈ। ਜੋ ਸੱਚ ਹੈ ਉਹੀ ਪ੍ਰਗਟ ਹੋਣਾ। ਝੂਠ ਦੇ ਬੱਦਲ ਬੜੇ ਆਉਂਦੇ ਆ ਚੜ ਚੜ ਕੇ ਸੂਰਜ ਦੇ ਉੱਤੇ, ਪਰ ਕਿੰਨਾ ਕੁ ਚਿਰ ਰਹਿੰਦੇ ਆ ਬੱਦਲ ਨੂੰ, ਸੂਰਜ ਨੂੰ ਢੱਕ ਕੇ। ਅਖੀਰ ਉਹ ਬੱਦਲੀਆਂ ਜੀਆਂ ਪਾਸੇ ਹਟਦੀਆਂ ਨੇ, ਸੂਰਜ ਦੀਆਂ ਰਿਸ਼ਮਾਂ ਫਿਰ ਮੁੜ ਧਰਤੀ ਤੇ ਪ੍ਰਚੰਡ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਝੂਠ ਭਾਵੇਂ ਬੜਾ ਪ੍ਰਬਲ ਹੋ ਕੇ ਆਉਂਦਾ, ਪਰ ਅੰਤਰੂ ਰਹੇਗਾ ਸੱਚ ਹੀ। ਜੋ ਸੱਚ ਹੈ ਉਹੀ ਨਾਲ ਨਿਭੇਗਾ। ਦੋਹਰਾ ਸੁਨ ਕੇ ਰਿਸ ਪਰ ਕਹਿਤ ਪਾ ਹਿੰਦੂ ਕੀਏ ਖੁਆਰ। ਉਹ ਕਰੋੜੀਆ ਬੜਾ ਗੁੱਸੇ ਵਿੱਚ ਆਇਆ, ਸੁਣਿਆ ਨਾ ਜਦੋਂ ਨੇ ਸ਼ਬਦ, ਬੜਾ ਗੁੱਸੇ ਵਿੱਚ ਆਇਆ। ਗੁੱਸੇ 'ਚ ਆ ਕੇ ਕਹਿੰਦਾ, ਆਹ ਜਿਹੜਾ ਨਾਨਕ ਜਿਹਦਾ ਤੁਸੀਂ ਨਾਂ ਲੈਂਦੇ ਹੋ, ਉਹਨੇ ਪਤਾ ਨਹੀਂ ਕਿੰਨੇ ਕੁ ਹਿੰਦੂਆਂ ਨੂੰ ਖੁਆਰ ਕੀਤਾ ਹੋਇਆ। ਹਿੰਦੂ ਕੀਏ ਖੁਆਰ, ਉਹਨੇ ਹਿੰਦੂ ਖੁਆਰ ਕੀਤੇ ਹੋਏ ਨੇ। ਤੁਰਕਨ ਕੇਰ ਈਮਾਨ ਗਾ ਉਸਤਤ ਕਰਤੇ ਉਚਾਰ। ਜਿਹੜੇ ਮੁਸਲਮਾਨ ਨੇ ਉਹਨਾਂ ਨੇ ਵੀ ਆਪਣਾ ਈਮਾਨ ਛੱਡ ਦਿੱਤਾ ਉਹਦੇ ਪਿੱਛੇ ਲੱਗ ਕੇ, ਔਰ ਉਹ ਗੁਰੂ ਨਾਨਕ ਦਾ ਜਸ ਕਰਦੇ ਨੇ, ਗੁਰੂ ਨਾਨਕ ਦੀ ਉਸਤਤ ਕਰਦੇ ਨੇ। ਜੋ ਪਈ ਕੋ ਨਾਨਕ ਮੈਂ ਪਿੱਖਿਓ ਨਾ ਜਾਣਾ। ਕੌਣ ਹੈ ਇਹ ਨਾਨਕ? ਮੈਂ ਨਾ ਕਦੇ ਉਹਨੂੰ ਵੇਖਿਆ ਤੇ ਨਾ ਮੈਂ ਉਹਨੂੰ ਜਾਣਦਾ, ਜਿਹਦੀਆਂ ਤੁਸੀਂ ਵਡਿਆਈਆਂ ਕਰਦੇ ਹੋ, ਗਲੀ ਗਲੀ ਜਿਹਦਾ ਨਾਂ ਲੈਂਦੇ ਫਿਰਦੇ ਹੋ। ਕਹਿੰਦਾ ਕੌਣ ਹੈ ਉਹ ਨਾਨਕ? ਮੈਂ ਨਹੀਂ ਕਦੇ ਵੇਖਿਆ, ਨਾ ਮੈਂ ਜਾਣਦਾ ਹਾਂ। ਜਿਸ ਜਸ ਕਹੇ ਹਿੰਦੂ ਤੁਰਕਾਨਾ। ਪਰ ਉਹਦੀ ਵਡਿਆਈ ਹਿੰਦੂ ਵੀ ਕਰੀ ਜਾਂਦੇ ਨੇ, ਉਹਦਾ ਜਸ ਮੁਸਲਮਾਨ ਵੀ ਕਰੀ ਜਾਂਦੇ ਨੇ।
ਹਰ ਇੱਕ ਦੀ ਜ਼ੁਬਾਨ ਤੇ ਉਹਦਾ ਨਾਮ ਹੈ। ਇਹ ਕੌਣ ਹੈ? ਜੈ ਤੈ ਕੀਰਤ ਹੋਤ ਕਨੇਰੀ। ਜਿੱਥੇ ਕਿੱਥੇ ਉਹਦੀ ਕੀਰਤੀ ਹੋ ਰਹੀ ਹੈ, ਜਿੱਥੇ ਕਿੱਥੇ ਉਹਨਾਂ ਦੀ ਵਡਿਆਈ ਹੋ ਰਹੀ ਹੈ। ਸਮਝ ਵਿਖੇ ਕੁਛ ਆਏ ਨਾ ਮੇਰੀ। ਕਹਿੰਦਾ ਮੈਨੂੰ ਤਾਂ ਨਹੀਂ ਸਮਝ ਆਉਂਦੀ ਵੀ ਕੌਣ ਹੈ ਇਹ ਨਾਨਕ, ਜਿਹਦੀ ਜਣਾ ਖਣਾ ਹੀ ਵਡਿਆਈ ਕਰੀ ਜਾਂਦਾ। ਹਿੰਦੂ ਵੀ ਕਰੀ ਜਾਂਦੇ ਨੇ, ਮੁਸਲਮਾਨ ਵੀ ਕਰੀ ਜਾਂਦੇ ਨੇ, ਇਹ ਕੌਣ ਹੈ ਭਲਾ ਜਿੱਥੇ ਕਿੱਥੇ ਉਹਦੀ ਵਡਿਆਈ ਹੋ ਰਹੀ ਹੈ? ਉਹ ਐਸਾ ਕਲ ਕਾਲ ਮਝਾਰੀ। ਇਸ ਕਲੀ ਕਾਲ ਦੇ ਸਮੇਂ 'ਚ ਕੌਣ ਹੈ ਐਸਾ ਬਲੀ, ਕੌਣ ਹੈ ਐਸਾ ਬਲਵਾਨ, ਕੌਣ ਹੈ ਐਸਾ ਪੂਰਨ ਜਿਸ ਦੀ ਇਤਨੀ ਵਡਿਆਈ ਹੋ ਰਹੀ ਹੈ? ਸਰਬ ਪਏ ਜਿਸ ਕੇ ਅਨੁਸਾਰੀ। ਕਿ ਇਹ ਸਾਰੇ ਲੋਕ ਹਿੰਦੂ ਮੁਸਲਮਾਨ ਯੋਗੀ ਸੰਨਿਆਸੀ ਬੈਰਾਗੀ ਸਭ ਉਹਦੇ ਅਨੁਸਾਰੀ ਹੋਏ ਫਿਰਦੇ ਨੇ, ਸਾਰੇ ਉਹਦੇ ਅਧੀਨ ਹੋਏ ਫਿਰਦੇ ਨੇ। ਕਹਿੰਦਾ ਇਸ ਕਲੀ ਕਾਲ ਵਿੱਚ ਕੌਣ ਹੈ ਐਸਾ ਪੂਰਨ ਬਲੀ? ਮੈਂ ਹੈਰਾਨ ਹੋ ਰਿਹਾ। ਮੈਂ ਕੀਨੀ ਇਹ ਰੀਤ ਪਰੇਖੀ। ਕਹਿੰਦਾ ਮੈਂ ਇਹ ਸਾਰੀ ਰੀਤ ਚੰਗੀ ਤਰ੍ਹਾਂ ਪਰੇਖੀ ਪਰਖ ਲਈ ਹੈ, ਮੈਂ ਇਹਨੂੰ ਚੰਗੀ ਤਰ੍ਹਾਂ ਪਰਖਣਾ ਕੀਤਾ। ਤੇ ਸੇਵਕ ਸਭ ਦੇਖਾ ਦੇਖੀ। ਤੇ ਮੈਂ ਇਸ ਨਿਰਣੇ ਤੇ ਪਹੁੰਚਿਆ ਕਿ ਆਹ ਜਿਹੜੇ ਲੋਕ ਨੇ ਸਭ ਵੇਖਾ ਵੇਖੀ ਉਹਨਾਂ ਦੇ ਸਿੱਖ ਹੋ ਗਏ ਨੇ। ਕਹਿੰਦਾ ਮੈਂ ਪਰਖ ਲਈ ਹੈ, ਗੱਲਬਾਤ ਕੋਈ ਨਹੀਂ ਜੇ ਉੱਥੇ ਕੋਈ। ਉਦਾਂ ਹੀ ਇਹ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕਰੀ ਜਾਂਦੇ ਆ ਤੇ ਵੇਖਾ ਵੇਖੀ ਲੋਕ ਉਹਨਾਂ ਦੇ ਚੇਲੇ ਹੋ ਗਏ ਨੇ, ਵੇਖਾ ਵੇਖੀ ਲੋਕ ਉਹਨਾਂ ਦੇ ਸੇਵਕ ਹੋ ਗਏ ਨੇ। ਮੈਂ ਪਰਖ ਲਿਆ। ਚਲੇ ਕੁਚਾਲ ਚਾਲ ਨਿਜ ਤਿਆਗੀ। ਔਰ ਉਹ ਕੁਚਾਲ ਚੱਲ ਰਹੇ ਨੇ। ਲੋਕਾਂ ਨੇ ਆਪਣੀ ਮਰਿਆਦਾ ਹਿੰਦੂਆਂ ਨੇ ਛੱਡ ਦਿੱਤੀ ਹੈ, ਮੁਸਲਮਾਨਾਂ ਨੇ ਆਪਣੀ ਮਰਿਆਦਾ ਛੱਡ ਦਿੱਤੀ ਹੈ। ਔਰ ਜਿਹੜਾ ਰਾਹ ਗੁਰੂ ਨਾਨਕ ਨੇ ਇਹਨਾਂ ਨੂੰ ਦੱਸਿਆ ਇਹ ਉਸ ਰਾਹ ਤੇ ਸਾਰੇ ਚੱਲਣ ਲੱਗ ਪਏ ਨੇ। ਇਹ ਬਿਦਮੋ ਭਲੀ ਨੈ ਲਾਗੀ। ਕਹਿੰਦਾ ਆਹ ਕੰਮ ਮੈਨੂੰ ਚੰਗਾ ਨਹੀਂ ਲੱਗਾ। ਕਰੋੜੀਆ ਕਹਿੰਦਾ ਆਹ ਹੀ ਗੱਲਾਂ ਮੈਨੂੰ ਉਹਨਾਂ ਦੀਆਂ ਚੰਗੀਆਂ ਨਹੀਂ ਲੱਗੀਆਂ। ਔਰਨ ਕੋ ਕਿਆ ਦੋਸ਼ ਅਲਾਵੋ। ਕਹਿੰਦਾ ਹੋਰਾਂ ਨੂੰ ਮੈਂ ਕੀ ਦੋਸ਼ ਦਿਆਂ, ਹੋਰਾਂ ਨੂੰ ਮੈਂ ਕੀ ਦੋਸ਼ੀ ਸਾਬਤ ਕਰਾਂ। ਜਿਨੇ ਚਲਾਏ ਤਿਨ ਗੈ ਲਿਆਵੋ। ਕਹਿੰਦਾ ਜਿਹਨੇ ਇਹਨਾਂ ਲੋਕਾਂ ਨੂੰ ਮਾੜੇ ਰਾਹ ਤੇ ਟੋਰਿਆ। ਕਰੋੜੀਆ ਕਹਿੰਦਾ ਜਿਸ ਗੁਰੂ ਨੇ ਇਹਨਾਂ ਹਿੰਦੂਆਂ ਮੁਸਲਮਾਨਾਂ ਬੈਰਾਗੀਆਂ ਜੋਗੀਆਂ ਸੰਨਿਆਸੀਆਂ ਨੂੰ ਟੇਢੇ ਰਾਹ ਤੇ ਪਾ ਦਿੱਤਾ, ਮਾੜੇ ਰਾਹ ਤੇ ਪਾ ਦਿੱਤਾ, ਇਹਨਾਂ ਨੂੰ ਕੀ ਦੋਸ਼ ਦੇਣਾ। ਕਹਿੰਦਾ ਜਿਹਨੇ ਚਲਾਇਆ ਮੈਂ ਉਹਨੂੰ ਫੜ ਕੇ ਲਿਆਉਣਾ ਗ੍ਰਿਫਤਾਰ ਕਰਕੇ। ਕਰੋੜੀਆ ਕਹਿੰਦਾ ਮੈਂ ਉਹਨੂੰ ਹੀ ਫੜ ਕੇ ਲੈ ਆਉਣਾ। ਕਰ ਕੈ ਕੈਦ ਸੀਖ ਸ਼ੁਭ ਦੇਉ। ਔਰ ਕੈਦ ਕਰਕੇ ਆਪਣੇ ਕੋਲ ਫਿਰ ਮੈਂ ਦਿਆਂਗਾ ਉਹਨਾਂ ਨੂੰ ਸਹੀ ਸਿੱਖਿਆ, ਸਹੀ ਅਕਲ। ਤੇ ਮਨ ਮਤੋ ਸਰਬ ਬਰਜੇਉ। ਔਰ ਜਿਹੜਾ ਮੇਰੇ ਮਨ ਦਾ ਮਤਾ ਮੈਂ ਉਹਦੇ ਮੁਤਾਬਕ ਉਹਨਾਂ ਨੂੰ ਚਲਾਵਾਂਗਾ ਔਰ ਉਹਨਾਂ ਦੇ ਮਨ ਦਾ ਮਤਾ ਵਰਜਾਂਗਾ। ਅਸ ਕੈ ਆਪਣੀ ਸਭਾ ਮਜਾਰੀ। ਏਦਾਂ ਇਹਨੇ ਆਪਣੀ ਸਭਾ 'ਚ ਬੈਠੇ ਸੀ 5-7 ਜਣੇ ਹੋਰ, ਉਹਨਾਂ ਦੇ ਵਿੱਚ ਏਦਾਂ ਕਰੋੜੀਆ ਹੰਕਾਰ ਦੇ ਵਿੱਚ ਬੋਲਿਆ। ਇਜ ਸੇਵਕ ਤਬ ਲੀਨ ਹਕਾਰੀ। ਉਸੇ ਵੇਲੇ ਨੇ ਆਪਣੇ ਨੌਕਰ ਸੱਦੇ। ਕਯੋ ਤੁਰੰਗਨ ਪਰ ਅਬ ਜਾਈ। ਕਹਿੰਦਾ ਛੇਤੀ ਜਾ ਓਏ, ਮੇਰੀ ਜਿਹੜੀ ਘੋੜੀ ਆ ਉਹਦੇ ਤੇ ਜਾ ਕੇ ਕਾਠੀ ਪਾ। ਪਾਏ ਜ਼ੀਨ ਆਨੋ ਏ ਥਾਈ। ਮੇਰੀ ਘੋੜੀ ਤੇ ਕਾਠੀ ਪਾ ਕੇ ਸ਼ਿੰਗਾਰ ਕੇ ਉਹਨੂੰ ਛੇਤੀ ਨਾਲ ਮੇਰੇ ਕੋਲ ਲੈ ਕੇ ਆ। ਸੁਨਤ ਦਾਸ ਲਿਆਇਓ ਤਤਕਾਲਾ। ਕਹਿੰਦਾ ਮੈਂ ਅੱਜ ਹੀ ਜਾਣਾ, ਵੇਖਦਾ ਕੌਣ ਹੈ ਇਹ ਨਾਨਕ, ਜਾ ਕੇ ਫੜ ਕੇ ਲਿਆਉਣਾ ਇੱਥੇ ਮੈਂ ਲਾਹੌਰ ਸ਼ਹਿਰ ਵਿੱਚ, ਫਿਰ ਆਪਣੀ ਗੱਲ ਮਨਾਵਾਂਗਾ। ਇਹਨੇ ਜਦੋਂ ਇਹ ਹੁਕਮ ਕੀਤਾ ਤੇ ਇਹਦਾ ਨੌਕਰ ਗਿਆ। ਲੱਗਿਓ ਚੜਨ ਜਿਸ ਦਰਪ ਵਿਸਾਲਾ। ਤੇ ਇਹ ਜਾ ਕੇ ਘੋੜੀ ਸ਼ਿੰਗਾਰ ਕੇ ਲੈ ਆਇਆ। ਇਹ ਬੜੇ ਹੰਕਾਰ ਦੇ ਵਿੱਚ ਕਰੋੜੀਆ ਹੈਂਕੜ ਦੇ ਵਿੱਚ ਵੀ ਮੈਂ ਚੱਲਿਆ ਚੜ ਕੇ। ਇਹ ਆਇਆ ਘੋੜੀ ਦੇ ਉੱਤੇ, ਜਦੋਂ ਚੜਨ ਲੱਗਾ ਦਿਓ ਰਕਾਬ ਵਿਖੇ ਪਗ ਜਬਈ। ਜਦੋਂ ਘੋੜੀ ਦੀ ਰਕਾਬ ਦੇ ਵਿੱਚ ਇਹਨੇ ਆਪਣਾ ਪੈਰ ਪਾਇਆ ਚੜਨ ਵਾਸਤੇ। ਸਬਲ ਤੁਰੰਗਨ ਫਰਕੀ ਤਬਈ। ਘੋੜੀ ਬੜੀ ਬਲਵਾਨ ਸੀ, ਇੱਕਦਮ ਉਹ ਚੰਚਲ ਹੋਈ ਤੇ ਉਹ ਹਿੱਲ ਗਈ। ਉਹ ਇੱਕਦਮ ਬਲਵਾਨ ਹੋ ਕੇ ਦੌੜੀ। ਨਹੀਂ ਸਮਾਰਿਓ ਤੈ ਛਿਨ ਖਤਰੀ। ਕਹਿੰਦੇ ਕਰੋੜੀਏ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ, ਹਲੇ ਪੈਰ ਪਾਇਆ ਹੀ ਸੀ, ਕੱਚਾ ਸੀ ਪੈਰ ਵਿੱਚ ਰਕਾਬ ਦੇ, ਹਾਲੇ ਚੜਨ ਵਾਸਤੇ। ਤੇ ਘੋੜੀ ਇੱਕਦਮ ਜਦੋਂ ਟੁਰੀ, ਗਿਰਿਓ ਤਰਨ ਪਰ
ਪਗਿਆ ਉਤਰੀ। ਕਰੋੜੀਆ ਧੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ ਤੇ ਸਿਰੋਂ ਪੱਗ ਲੈ ਕੇ ਉਹ ਪਰੇ ਡਿੱਗੀ। ਸਤਿਗੁਰਾਂ ਨੂੰ ਬੇਆਬਰੂ ਕਰਨ ਚੱਲੇ, ਆਪਣੀ ਪੱਗ ਲਵਾ ਬੈਠਾ। ਡਿੱਗਾ ਜਦੋਂ ਜ਼ਮੀਨ ਤੇ ਭੁੰਜਿਆ ਤੇ ਪੱਗ ਲੱਥ ਕੇ ਪਰੇ ਜਾ ਡਿੱਗੀ। ਲਖਿਓ ਕੁਸ਼ਗਨ ਹਿਰਦੇ ਮੈਂ ਤਾਉ। ਮਨ 'ਚ ਸੋਚਦਾ ਹੈ ਵੀ ਇਹ ਕੁਸ਼ਗਨ ਹੋ ਗਿਆ, ਖੋਟਾ ਸਗਨ ਹੋ ਗਿਆ ਵੀ ਡਿੱਗ ਪਿਆ ਪੱਗ ਲੈ ਗਈ ਐ ਸਿਰੋਂ, ਇਹ ਮਾੜਾ ਸਗਨ ਹੈ। ਬੌਰ ਨ ਚੜਿਓ ਰਿਓ ਘਰ ਮਾਉ। ਕਹਿੰਦਾ ਚਲੋ ਅੱਜ ਨਹੀਂ ਜਾਣਾ, ਅੱਜ ਮਾੜਾ ਸਗਨ ਹੋ ਗਿਆ ਵੀ ਅੱਜ ਰਹਿਣ ਦਿਓ। ਘੋੜੀ ਕਿਹਾ ਜਾ ਕੇ ਤਬੇਲੇ 'ਚ ਬੰਨ੍ਹ ਦਿਓ। ਉਸ ਦਿਨ ਫਿਰ ਇਹ ਘਰ ਹੀ ਰਿਹਾ, ਉਸ ਦਿਨ ਨਹੀਂ ਗਿਆ। ਨਿਕਟ ਜੇ ਨਰ ਸਮਝਾਵਨ ਕੀਨੋ। ਨਾਲ ਦੇ ਜਿਹੜੇ ਸਾਥੀ ਸਨ ਉਹ ਸਮਝਾਉਂਦੇ ਹਨ। ਮਹਾਪੁਰਖ ਸ਼੍ਰੀ ਨਾਨਕ ਚੀਨੋ। ਉਹ ਕਹਿੰਦੇ ਸੇਠ ਜੀ ਗੁਰੂ ਨਾਨਕ ਸਾਹਿਬ ਮਹਾਪੁਰਖ ਹਨ, ਉਹ ਮਹਾਪੁਰਖ ਨੇ, ਵਲੀ ਪੁਰਖ ਨੇ। ਕਰਿਓ ਨਿਰਾਦਰ ਸੁਨਤ ਨ ਪਾਈ। ਤੂੰ ਉਹਨਾਂ ਦਾ ਨਿਰਾਦਰ ਕਰਦਾ, ਇਹ ਉਸੇ ਦਾ ਤੈਨੂੰ ਦੰਡ ਮਿਲਿਆ, ਹਾਲੇ ਵੀ ਸਮਝ ਜਾ। ਪਰ ਲੋਕਾਂ ਦੀਆਂ ਕਈਆਂ ਗੱਲਾਂ ਨੂੰ ਇਹ ਨਹੀਂ ਮੰਨਦਾ, ਉਹਨਾਂ ਦਾ ਵੀ ਅਨਾਦਰ ਕਰਦਾ। ਕਹਿੰਦਾ ਖਬਰਦਾਰ ਜੇ ਮੇਰੇ ਸਾਹਮਣੇ ਤੁਸੀਂ ਗੁਰੂ ਨਾਨਕ ਦੀ ਸਿਫਤ ਕੀਤੀ। ਕਹੇ ਕਿ ਗਾਹੋਂ ਭੋਰ ਕੋ ਜਾਈ। ਕਹਿੰਦਾ ਕੋਈ ਨਹੀਂ, ਕੱਲ ਸਵੇਰੇ ਜਾਵਾਂਗਾ, ਜਾ ਕੇ ਮੈਂ ਉਹਨਾਂ ਨੂੰ ਪਕੜਾਂਗਾ। ਰਜਨੀ ਕਰ ਬਤੀਤ ਸੋ ਮੂਡਾ। ਏਦਾਂ ਇਸ ਮੂਰਖ ਨੇ ਰਾਤ ਬਤੀਤ ਕੀਤੀ। ਅਗਲੇ ਦਿਨ ਮੈਂ ਪਇਓ ਅਰੂਡਾ। ਅਗਲੇ ਦਿਨ ਸਵੇਰੇ ਫੇਰੇ ਘੋੜੀ ਤੇ ਸਵਾਰ ਹੋਇਆ। ਗਮਨੇ ਬ੍ਰਿੰਦ ਸੰਗ ਨਰ ਤਾਈ। ਔਰ ਨਾਲ ਆਪਣੇ ਕਈ ਬੰਦੇ ਸਿਪਾਹੀ ਲੈ ਕੇ ਟੁਰ ਪਿਆ। ਆਵਤ ਪਏ ਸਰਬ ਮਗ ਮਾਈ। ਇਹ ਸਾਰੇ ਰਸਤੇ 'ਚ ਟੁਰੇ ਆਉਂਦੇ, ਲਾਹੌਰ ਤੋਂ ਚਲਦੇ ਚਲਦੇ ਰਾਵੀ ਦਰਿਆ ਵੱਲ, ਜਿੱਥੇ ਪਾਤਸ਼ਾਹ ਦਾ ਟਿਕਾਣਾ। ਸ਼੍ਰੀ ਪ੍ਰਭ ਰਹੇ ਕਿਤਕ ਜਬ ਦੂਰੀ। ਜਦੋਂ ਸਤਿਗੁਰੂ ਜੀ ਕੁਝ ਕੁ ਦੂਰੀ ਤੇ ਰਹਿ ਗਏ, ਇਹਨੂੰ ਪਤਾ ਕਰ ਲਿਆ ਵੀ ਕਿੱਥੇ ਨੇ। ਪਤਾ ਲੱਗਾ ਵੀ ਰਾਵੀ ਦੇ ਕੰਢੇ ਤੇ ਹਨ। ਤੋ ਇਹਨੂੰ ਜਦੋਂ ਪਤਾ ਲੱਗਾ, ਕੁਝ ਕੁ ਦੂਰੀ ਤੇ ਸਾਹਿਬ ਜੀ ਜਦੋਂ ਰਹਿ ਗਏ, ਭਇਓ ਅੰਧ ਨੈ ਪਿਖਤ ਹਦੂਰੀ। ਬੜੇ ਹੰਕਾਰ 'ਚ ਟੁਰਿਆ ਜਾਂਦਾ। ਜਦੋਂ ਕੁਝ ਕੁ ਦੂਰੀ ਤੇ ਰਹਿ ਗਿਆ ਨਾ ਮਹਾਰਾਜ ਜੀ ਤੋਂ, ਇਹਨੂੰ ਨੇਤਰਾਂ ਤੋਂ ਦਿਸਣਾ ਬੰਦ ਹੋ ਗਿਆ, ਅੰਨਾ ਹੋ ਗਿਆ। ਕੁਝ ਨਜ਼ਰ ਨਾ ਆਵੇ, ਸਾਹਮਣੇ ਕੁਝ ਦਿਸਦਾ ਨਹੀਂ। ਗਰਭਹਾਨ ਪਾ ਪੀੜਾ ਵਿਆਪੀ। ਇੱਕਦਮ ਹੰਕਾਰ ਨਸ਼ਟ ਭ੍ਰਸ਼ਟ ਹੋ ਗਿਆ, ਮਨ ਦੀ ਹੈਂਕੜ ਸਾਰੀ ਨਿਕਲ ਗਈ ਉਸੇ ਵੇਲੇ। ਤੇ ਸੋਚਦਾ ਵੀ ਇਹ ਕੀ ਹੋ ਗਿਆ, ਬੜਾ ਦੁਖੀ ਹੋਇਆ। ਬੋਲ ਨਾ ਸਕੇ ਨਿੰਦ ਕਰ ਪਾਪੀ। ਔਰ ਬੋਲ ਨਹੀਂ ਸਕਦਾ, ਕਿਉਂਕਿ ਸੋਚਦਾ ਕਿ ਮੈਂ ਜਿਹੜੀ ਨਿੰਦਾ ਕੀਤੀ ਆ, ਖਬਰੇ ਉਸੇ ਦਾ ਫਲ ਹੈ। ਤਬ ਸਮਝਿਓ ਮਨ ਮੂਰਖ ਮਾਨੀ। ਮੂਰਖ ਤੇ ਮਾਨੀ ਨੂੰ ਫਿਰ ਸਮਝ ਪਈ, ਮਨ ਹੀ ਮਨ। ਦੀਰਗ ਕਲਾਵਾਨ ਗੁਣ ਖਾਨੀ। ਕਹਿੰਦਾ ਮੈਂ ਜਿਨ੍ਹਾਂ ਦੇ ਬਾਬਤ ਇਹੋ ਜਿਹੇ ਸ਼ਬਦ ਕਹੇ ਨੇ, ਉਹ ਤਾਂ ਕਲਾਵਾਨ ਮਹਾਪੁਰਖ ਹਨ। ਲੋਕ ਬੌਰ ਰਹੇ ਮੁਝ ਤਾਈ। ਲੋਕਾਂ ਨੇ ਮੈਨੂੰ ਬਥੇਰਾ ਵਰਜਿਆ, ਬਥੇਰਾ ਰੋਕਿਆ। ਮਾਨੀ ਮੈਂ ਨਾ ਕਰੀ ਦੁਸ਼ਟਾਈ। ਪਰ ਮੈਂ ਉਹਨਾਂ ਲੋਕਾਂ ਦੀ ਕਹੀ ਨਹੀਂ ਮੰਨੀ, ਔਰ ਇਹ ਦੁਸ਼ਟਤਾਈ ਦੀ ਬਿਰਤੀ ਧਾਰਨ ਕੀਤੀ ਹੈ। ਬੋ ਨਰ ਕੋ ਜੈ ਕਯੋ ਨਾ ਭਾਵਤ। ਬਹੁਤਿਆਂ ਲੋਕਾਂ ਦਾ ਕਹਿਣਾ ਮੈਨੂੰ ਨਹੀਂ ਸੀ ਭਾਉਂਦਾ। ਮਮ ਸਮਾਨ ਦੁਖ ਹੋਏ ਪਛਤਾਵਤ। ਕਹਿੰਦਾ ਜਿਹੜੇ ਬਹੁਤਿਆਂ ਲੋਕਾਂ ਦਾ ਕਹਿਣਾ ਨਾ ਮੰਨਣ, ਉਹਨਾਂ ਨੂੰ ਮੇਰੇ ਸਮਾਨ ਫਿਰ ਦੁੱਖ ਹੀ ਪਾਉਣਾ ਪੈਂਦਾ ਤੇ ਪਛਤਾਉਣਾ ਪੈਂਦਾ। ਗੁਨਤ ਬੇਸੂਰਤ ਗਮਨਤ ਜਬਈ। ਮਨ ਹੀ ਮਨ ਝੂਰਦਾ, ਹੌਲੇ ਹੌਲੇ ਜਦੋਂ ਟੁਰਦਾ। ਨਿਰਖੀ ਨਰਨ ਨੈਣ ਗਤ ਤਬਈ। ਇਹਦੇ ਨਾਲ ਦੇ ਜਿਹੜੇ ਸਾਥੀ ਸਨ, ਉਹਨਾਂ ਨੇ ਇਹਦੀਆਂ ਅੱਖਾਂ ਦੀ ਹਾਲਤ ਵੇਖੀ। ਇਹ ਕਹੇ ਮੈਨੂੰ ਕੁਝ ਦਿਸਦਾ ਨਹੀਂ। ਪਇਓ ਦੀਨ ਬੋਲਿਓ ਪਛਤਾਈ। ਇਹ ਦੀਨ ਹੋ ਕੇ ਫਿਰ ਬੋਲਿਆ, ਪਛਤਾਵਾ ਕਰਦਿਆਂ ਕਹਿਣ ਲੱਗਾ ਕਰੋੜੀਆ। ਅਬ ਤਿਨ ਕੀ ਮੈਂ ਮਹਿਮਾ ਪਾਈ। ਕਹਿੰਦਾ ਹੁਣ ਮੈਂ ਉਹਨਾਂ ਦੀ ਮਹਿਮਾ ਜਾਣ ਲਈ ਹੈ, ਮੈਂ ਜਾਣ ਲਿਆ ਹੈ ਗੁਰੂ ਨਾਨਕ ਪਾਤਸ਼ਾਹ ਕੌਣ ਹਨ। ਜਸ ਤੁਮ ਕਹਿਤ ਹੁਤੇ ਤਸ ਦੇਖਾ। ਭਰਾਵੋ ਜਿਵੇਂ ਤੁਸੀਂ ਕਹਿੰਦੇ ਸੋ ਉਸੇ ਤਰ੍ਹਾਂ ਦੇ ਹਨ।
ਜਿਵੇਂ ਤੁਸੀਂ ਕਿਹਾ ਸੀ ਮੈਂ ਤੈਸਾ ਜਾਣ ਲਿਆ। ਭਇਓ ਅੰਧ ਮੈਂ ਕੀਨ ਪਰੇਖਾ। ਮੈਂ ਪਰਖਣਾ ਕਰ ਲਿਆ, ਹੁਣ ਅੰਨਾ ਹੋ ਗਿਆ। ਮੈਂ ਮਾਣ ਹੰਕਾਰ ਵਿੱਚ ਆਇਆ ਸੀ। ਮਹਾਂਪੁਰਖ ਸੋ ਮਤ ਸਰ ਧਾਰੀ। ਐਸੇ ਵੱਡੇ ਮਹਾਂਪੁਰਖ ਨਾਲ ਮੈਂ ਆਪਣੇ ਮਨ 'ਚ ਮਤਸਰ ਤੇ ਈਰਖਾ ਧਾਰਨ ਕੀਤੀ ਸੀ। ਤੈਂ ਕੋ ਫਲ ਪ੍ਰਾਪਤ ਦੁਖ ਪਾਰੀ। ਉਹਦਾ ਇਹ ਫਲ ਮੈਨੂੰ ਪ੍ਰਾਪਤ ਹੋਇਆ, ਐਡਾ ਵੱਡਾ ਦੁੱਖ ਮੈਨੂੰ ਭੋਗਣਾ ਪੈ ਰਿਹਾ ਹੈ। ਚੱਲ ਸਮੀਪ ਅਬ ਮੁਝ ਬਖਸ਼ਾਵੋ। ਚਲੋ ਮੈਨੂੰ ਲੈ ਚਲੋ ਉਹਨਾਂ ਦੇ ਪਾਸ, ਮੇਰੀ ਭੁੱਲ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਕੇ ਤੁਸੀਂ ਸਿਫਾਰਿਸ਼ ਕਰਕੇ ਬਖਸ਼ਾ ਦਿਓ। ਮੇਰੇ ਕੋਲ ਤਾਂ ਹੁਣ ਉਹ ਮੂੰਹ ਵੀ ਕੋਈ ਨਹੀਂ ਜਿਸ ਮੂੰਹ ਨਾਲ ਮੈਂ ਜਾ ਕੇ ਉਹਨਾਂ ਨੂੰ ਬੇਨਤੀ ਕਰਕੇ ਕਹਾਂ ਵੀ ਮੈਨੂੰ ਬਖਸ਼ ਲਓ। ਤੁਸੀਂ ਚੱਲ ਕੇ ਮੇਰੀ ਸਿਫਾਰਿਸ਼ ਕਰਕੇ ਮੈਨੂੰ ਬਖਸ਼ਾ ਲਵੋ। ਕਏ ਕਬੂਲ ਸੋ ਛਿਮਾ ਕਰਾਵੋ। ਮੈਂ ਜਿਹੜੇ ਕਬੂਲ ਕਹੇ ਨੇ ਉਹਨਾਂ ਦੀ ਸ਼ਾਨ ਦੇ ਖਿਲਾਫ ਮੇਰੇ ਉਹਨਾਂ ਕਹੇ ਕਬੂਲਾਂ ਨੂੰ ਮੇਰੇ ਤੋਂ ਛਿਮਾ ਕਰਵਾ ਦਿਓ, ਉਹਨਾਂ ਕੋਲੋਂ ਖਿਮਾ ਕਰਵਾ ਦਿਓ। ਮੈਂ ਅਬ ਦਾਸ ਪਰੋ ਤਿਨ ਪਾਈ। ਮੈਂ ਹੁਣ ਦਾਸ ਹਾਂ, ਉਹਨਾਂ ਦੇ ਚਰਨੀ ਪੈਂਦਾ ਹਾਂ। ਹੋਵੋ ਸਿੱਖ ਰਖੇ ਸ਼ਰਣਾਈ। ਮੈਂ ਉਹਨਾਂ ਦੇ ਚਰਨਾਂ ਦਾ ਸਿੱਖ ਬਣਦਾ ਹਾਂ, ਉਹ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈਣ, ਉਹਨਾਂ ਦੀ ਪਨਾਹ ਵਿੱਚ ਉਹ ਮੈਨੂੰ ਰੱਖ ਲੈਣ। ਸੁਣ ਕੇ ਨਰਨ ਸਰਬ ਸਮਝਾਇਓ। ਨਾਲ ਦੇ ਸਾਥੀ ਸੁਣ ਕੇ ਸਮਝਾਉਂਦੇ ਆ ਕਰੋੜੀਏ ਨੂੰ, ਸੇਠ ਜੀ ਹੁਣ ਤਾਂ ਪਤਾ ਜਾਣ ਲਿਆ ਨਾ ਤੁਸੀਂ ਤਿਨਾਂ ਦਾ। ਮਨ 'ਚ ਤੋਬਾ ਕਰੋ ਪਿਛਲੇ ਗੁਨਾਹਾਂ ਤੋਂ ਔਰ ਬੇਨਤੀਆਂ ਕਰੋ ਮਹਾਰਾਜ ਬਖਸ਼ ਲਓ। ਭਾਈ ਕਰੋੜੀਆ ਗੁਰੂ ਸਾਹਿਬ ਦੇ ਚਰਨਾਂ 'ਚ ਆਇਆ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹਦੀ ਸੇਵਾ ਲਾਈ ਹੈ ਨਗਰ ਵਸਾਉਣ ਦੀ। ਕਰਤਾਰਪੁਰ ਸਾਹਿਬ ਨਗਰ ਵਸਾਇਆ ਜਾ ਰਿਹਾ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਗੁਰਦੁਆਰਾ ਖੇਲ ਸਾਹਿਬ 22 ਨੰਬਰ ਫਾਟਕ ਤੇ ਜੋ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਪ੍ਰਬੰਧ ਹੇਠ ਹੈ, ਉੱਥੇ ਪਿਛਲੇ ਤਕਰੀਬਨ 5-6 ਸਾਲ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਚੱਲ ਰਹੀ ਹੈ। ਪਰਸੋਂ 12 ਤਰੀਕ ਨੂੰ ਸ਼ਾਮ ਨੂੰ 5:15 ਤੋਂ 6:15 ਵਜੇ ਤੱਕ ਸੂਰਜ ਪ੍ਰਕਾਸ਼ ਦੀ ਕਥਾ ਦਾ ਭੋਗ ਪਾਇਆ ਜਾਵੇਗਾ। ਗਿਆਨੀ ਭੁਪਿੰਦਰਪਾਲ ਸਿੰਘ ਹੋਣੀ ਉੱਥੇ ਕਥਾ ਦੀ ਸੇਵਾ ਨਿਭਾਉਂਦੇ ਹਨ। ਤਿਨਾਂ ਵੱਲੋਂ ਬੇਨਤੀ ਹੈ ਕਿ ਆਪ ਜੀ ਨੇ ਕਥਾ ਦੀ ਸਮਾਪਤੀ ਤੇ ਹਾਜ਼ਰੀਆਂ ਭਰਨੀਆਂ, ਗੁਰੂ ਜਸ ਸਰਵਣ ਕਰਨਾ ਜੀ। ਵਾਹਿਗੁਰੂ 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 ਵਾਹਿਗੁਰੂ।